ਸਾਹਿਬ ਜੀ ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ ਜਾ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਬੰਨੇ। ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਪਿਛਲੇ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਆਪਾਂ ਸ਼੍ਰੀ ਹਜ਼ੂਰ ਮਹਾਰਾਜ ਪਰਮ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ, ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀਆਂ ਦੇ ਇਤਿਹਾਸ ਦੀ ਵਿਚਾਰ ਆਰੰਭ ਕੀਤੀ ਹੋਈ ਹੈ, ਜਿਸ ਵਿੱਚ ਆਪਾਂ ਹੁਣ ਤੱਕ ਰਾੜਾ ਸਾਹਿਬ ਦੀ ਰਚਨਾ ਬਾਰੇ ਵਿਚਾਰ ਕਰ ਰਹੇ ਹਾਂ। ਸੁਸਾਧ ਸੰਗਤ ਜੀ, ਇਹ ਜੋ ਰਚਨਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਹੁਕਮ ਦੇ ਵਿੱਚ ਹੋ ਰਹੀ ਹੈ, ਚਾਹੇ ਵਿਰੋਧੀ ਪੁਰਸ਼ਾਂ ਨੇ ਬੜਾ ਪ੍ਰਯਤਨ ਕੀਤਾ ਇਸ ਸੇਵਾ ਨੂੰ ਰੋਕਣ ਵਾਸਤੇ, ਮਹਾਪੁਰਸ਼ਾਂ ਨੂੰ ਇੱਥੋਂ ਤੋਰਨ ਵਾਸਤੇ, ਪਰ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਤੁਧ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਜਿਹਦੇ ਵੱਲ ਵਾਹਿਗੁਰੂ ਆਪ ਹੋ ਜਾਇਆ ਕਰਦੇ ਹਨ, ਉਹਨੂੰ ਕੋਈ ਹਰਾ ਨਹੀਂ ਸਕਦਾ, ਉਹਨੂੰ ਕੋਈ ਫੇਲ ਨਹੀਂ ਕਰ ਸਕਦਾ। ਪਰਮੇਸ਼ਰ ਆਪ ਦਇਆ ਦੇ ਘਰ ਵਿੱਚ ਆ ਕਰਕੇ ਉਹਨਾਂ ਦੀ ਸਦੀਵ ਕੱਲ ਰੱਖਿਆ ਕਰਦੇ ਹਨ। ਹੁਣ ਕਿਵੇਂ ਕਿਵੇਂ ਰਾੜਾ ਸਾਹਿਬ ਦੀ ਰਚਨਾ ਅੱਗੇ ਹੋ ਰਹੀ ਹੈ, ਕਿਵੇਂ ਕਿਵੇਂ ਸੰਗਤਾਂ ਸੇਵਾਦਾਰ ਸੇਵਾ ਕਰ ਕਰਕੇ ਮਹਾਪੁਰਸ਼ਾਂ ਦੀਆਂ ਅਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਂਦੇ ਨੇ। ਮਨ ਚਿੱਤ ਬੁੱਧ ਇਕਾਗਰ ਕਰੋ ਅਤੇ ਧਿਆਨ ਨਾਲ ਉਚਾਰਨ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਨਿਰੋਲ ਸੇਵਾ ਕਰਨ ਵਾਲੇ ਮਿਸਤਰੀ, ਚਣਵਾਈ ਵਾਲੇ, ਭੁੱਟੇ ਦੇ, ਖਟੜੇ ਦੇ, ਜਗੇੜੇ ਦੇ, ਤਿੰਨਾਂ ਪਿੰਡਾਂ ਦੇ ਰਾਜ ਮਿਸਤਰੀ ਸਨ। ਭੁੱਟੇ ਪਿੰਡ ਤੋਂ ਤਾਰਾ ਸਿੰਘ, ਗੁਲਜ਼ਾਰਾ ਸਿੰਘ, ਬਚਨ ਸਿੰਘ, ਤਰਲੋਕ ਸਿੰਘ, ਨੱਥਾ ਸਿੰਘ, ਹੀਰਾ ਸਿੰਘ ਤੇ ਉਸਦਾ ਪੁੱਤਰ ਜਿਸ ਦਾ ਨਾਮ ਵੀ ਤਾਰਾ ਸਿੰਘ ਹੀ ਸੀ। ਦੋ ਪ੍ਰੇਮੀ ਘਲੋਟੀ ਪਿੰਡ ਦੇ ਪਾਖਰ ਸਿੰਘ ਫਕੀਰ ਤੇ ਉਸਦਾ ਭਰਾ ਬਖਤੌਰ ਸਿੰਘ, ਇਹ ਵੀ ਸੇਵਾ ਦੇ ਵਿੱਚ ਸ਼ਾਮਲ ਸਨ। ਖਟੜੇ ਪਿੰਡ ਦੇ ਸਰਦਾਰ ਰੂੜ ਸਿੰਘ, ਇਹਦੇ ਦੋਵੇਂ ਪੁੱਤਰ ਕੁਲਵੰਤ ਸਿੰਘ, ਹਰਚੰਦ ਸਿੰਘ ਸਨ। ਭਾਈ ਸੋਹਣ ਸਿੰਘ ਜੇ ਛੋਟਾ ਸੀ। ਨਰਿੰਦਰ ਸਿੰਘ ਵੈਦ ਤੇ ਉਸਦਾ ਭਰਾ ਹਰਦਿਆਲ ਸਿੰਘ, ਸੇਖਾ ਸਿੰਘ, ਲਹਿਣਾ ਸਿੰਘ, ਜਗੇੜੇ ਪਿੰਡ ਦੇ ਸੁੰਦਰ ਸਿੰਘ, ਭਗਵਾਨ ਸਿੰਘ, ਆਤਮਾ ਸਿੰਘ, ਸੰਤਾ ਸਿੰਘ, ਲੱਕੜੀ ਦੇ ਮਿਸਤਰੀ, ਜੋੜੀਆਂ ਚਾੜਨ ਵਾਲੇ ਖਟੜੇ ਪਿੰਡ ਦੇ ਸਨ। ਬਿਸ਼ਨ ਸਿੰਘ, ਸੰਤਾ ਸਿੰਘ, ਉਹਨਾਂ ਦੇ ਭਾਣਜੇ ਸੁੱਚਾ ਸਿੰਘ, ਰਘਵੀਰ ਸਿੰਘ ਵੀ ਨਾਲ ਸਨ। ਮਾਜਰੀ ਦਾ ਉੱਤਮ ਸਿੰਘ, ਚੰਨਣ ਸਿੰਘ, ਸੈਨਪੁਰੇ ਤੋਂ ਰਾਮਦਾਸ ਤੇ ਖੇੜੇ ਤੋਂ ਨਰੈਣ ਸਿੰਘ ਵੀ ਆਉਂਦੇ ਰਹਿ ਗਏ। ਇਹਨਾਂ ਸਾਰਿਆਂ ਹੀ ਪ੍ਰੇਮੀਆਂ ਦਾ, ਜਿਨ੍ਹਾਂ ਨੇ ਗੁਰੂ ਕੇ ਲੰਗਰ ਦੀ ਦਿਹਾੜੀ ਲਏ ਬਗੈਰ ਨਿਰੋਲ ਸੇਵਾ ਕੀਤੀ, ਬੜਾ ਚੰਗਾ ਕੰਮ ਚੱਲਦਾ ਹੈ। ਇਸ ਟਾਈਮ ਬੜੀ ਚੜ੍ਹਦੀ ਕਲਾ ਦੇ ਵਿੱਚ ਇਹਨਾਂ ਦੇ ਬਿਜ਼ਨਸ ਚੱਲ ਰਹੇ ਹਨ।
ਪਹਿਲਾਂ ਪਹਿਲਾਂ ਸੇਵਾ ਹੁਣ ਸਮੇਂ ਲੰਗਰ ਬਾਹਰਲੀ ਢੱਕੀ ਤੋਂ ਪੱਕ ਕੇ ਆਉਂਦਾ ਰਿਹਾ। ਜਦੋਂ ਮੁਕੰਮਲ ਹੋ ਗਿਆ ਫਿਰ ਸਭ ਇੱਥੇ ਤਿਆਰ ਹੋਣ ਲੱਗ ਪਿਆ। ਦਰਬਾਰ ਸਾਹਿਬ ਦੀ ਰਚਨਾ। ਇਸ ਤੋਂ ਬਾਅਦ ਗੁਰੂ ਦਰਬਾਰ ਸਾਹਿਬ ਗੁਰੂ ਮਹਾਰਾਜ ਦਾ ਪ੍ਰਕਾਸ਼ ਸਥਾਨ ਦਰਬਾਰ ਸਾਹਿਬ ਤਿਆਰ ਕੀਤਾ ਗਿਆ, ਜਿਸ ਦੀ ਨੀਂਹ 1 ਜੁਲਾਈ 1936 ਈਸਵੀ ਨੂੰ ਕੜਾ ਪ੍ਰਸ਼ਾਦ ਦੀ ਦੇਗ ਸਜਾ ਕਰਕੇ ਹਜ਼ੂਰ ਨੇ ਆਪਣੇ ਕਰ ਕਮਲਾਂ ਦੇ ਨਾਲ ਰੱਖੀ। ਇਸ ਦੀ ਲੰਬਾਈ 40 ਫੁੱਟ, ਚੌੜਾਈ 30 ਫੁੱਟ ਸੀ। ਚੌਫੇਰੇ 8 ਫੁੱਟ ਵਰਾਂਡਾ ਬਣਾਇਆ ਹੋਇਆ ਸੀ। ਉੱਪਰ ਕੈਂਚੀਆਂ ਦੀ ਛੱਤ ਪਾ ਕੇ ਹੇਠਾਂ ਸੁੰਦਰ ਰੰਗੀ ਹੋਈ ਟੀਨ ਦੀ ਚਾਦਰ ਲਗਾ ਦਿੱਤੀ। ਇਹ ਵੀ ਬੜਾ ਛੇਤੀ ਤਿਆਰ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਦਾ ਅਖੰਡ ਪਾਠ ਇਸ ਵਿੱਚ ਰੱਖ ਕੇ ਚੱਠ ਕੀਤੀ। ਜੋੜ ਮੇਲਾ ਮਨਾਇਆ। ਫਿਰ ਹਰ ਰੋਜ਼ ਕਥਾ ਕੀਰਤਨ ਇੱਥੇ ਹੀ ਹੋਣ ਲੱਗ ਪਿਆ। ਇਸ ਦੀ ਸੇਵਾ ਸਰਦਾਰ ਮੋਹਨ ਸਿੰਘ ਕੋਕਾ ਕੋਲਾ ਦਿੱਲੀ ਵਾਲਿਆਂ ਦੇ ਪਰਿਵਾਰ ਵੱਲੋਂ ਹੋਈ। ਇਸ ਤੋਂ ਬਾਅਦ ਬਾਹਰਲੇ ਡੇਰੇ ਦਾ ਸਾਰਾ ਸਾਮਾਨ ਲਿਆ ਕੇ ਫਿਰ ਪੱਕੀ ਰਿਹਾਇਸ਼ ਇਸੇ ਜਗ੍ਹਾ ਰੱਖ ਲਈ। ਗੁਰੂ ਕਾ ਲੰਗਰ ਤੇ ਕਥਾ ਕੀਰਤਨ ਦਾ ਪ੍ਰਵਾਹ ਪਹਿਲਾਂ ਵਾਂਗ ਹੀ ਆਰੰਭ ਹੋ ਗਿਆ। ਹੋਰ ਕਮਰਿਆਂ ਦੀ ਰਚਨਾ। ਉਸੇ ਸਮੇਂ ਨਾਲ ਹੀ ਗਊਆਂ ਮੱਝਾਂ ਵਾਸਤੇ ਵੱਡਾ ਕਮਰਾ, ਲਟੈਣਾ ਤੇ ਸਤੀਰ ਰੱਖ ਕੇ ਕੜੀਆਂ ਬਾਲਿਆਂ ਦੀ ਛੱਤ ਪਾ ਕੇ ਤਿਆਰ ਕੀਤਾ ਗਿਆ। ਇੱਕ ਤੂੜੀ ਪਾਉਣ ਵਾਸਤੇ ਵੱਡਾ ਕੋਠਾ ਬਣਾਇਆ ਗਿਆ। ਪਸ਼ੂਆਂ ਦੇ ਸੇਵਾਦਾਰਾਂ ਵਾਸਤੇ ਇੱਕ ਛੋਟਾ ਕਮਰਾ ਤੇ ਇੱਕ ਛੋਟਾ ਕਮਰਾ ਹੋਰ ਵਿੱਚ ਪਾਇਆ ਗਿਆ। ਇੱਕ ਛੋਟਾ ਔਰ ਇੱਕ ਵੱਡਾ 2 ਕਮਰੇ ਬਣਾਏ ਗਏ। ਇਸ ਦੇ ਪਿਛਵਾੜੇ ਇੱਕ ਵੱਡਾ ਤੇ ਛੋਟੇ 2 ਕਮਰੇ ਹੋਰ ਪਾ ਦਿੱਤੇ। ਨਾਲ ਹੀ ਨਲਕਾ ਅਤੇ ਬਾਥਰੂਮ ਵੀ ਬਣਾ ਦਿੱਤਾ ਗਿਆ, ਜਿੱਥੇ ਜਥੇਦਾਰ ਸੰਤੋਖ ਸਿੰਘ ਜੀ ਰੇਖਾ ਕਰਦੇ ਸਨ। ਫਿਰ ਸਰਦੀਆਂ ਵਿੱਚ ਜੋੜ ਮੇਲੇ ਨੂੰ ਦੀਵਾਨਾਂ ਵਾਸਤੇ ਅਤੇ ਆਮ ਦਿਨਾਂ ਨੂੰ ਸੰਗਤਾਂ ਦੇ ਆਰਾਮ ਵਾਸਤੇ ਇੱਕ 36 ਫੁੱਟ ਚੌੜਾ ਤੇ 80 ਫੁੱਟ ਲੰਮਾ ਵੱਡਾ ਛੱਪਰ ਪਾਇਆ ਗਿਆ, ਜਿਸ ਦੇ ਹੇਠਾਂ ਖੱਦਰ ਦੀਆਂ ਚਾਦਰਾਂ ਲਾ ਕੇ ਉਹਨਾਂ ਤੇ ਚਿੱਟਾ ਰੰਗ ਕਰ ਦਿੱਤਾ ਗਿਆ, ਜੋ ਪੱਕੇ ਲੈਂਟਰ ਵਾਂਗ ਦਿਸਦਾ ਸੀ। ਨਾਲ ਹੀ 16 ਤੇ 12 ਫੁੱਟ ਦੀਆਂ 3 ਛੱਪਰੀਆਂ ਹੋਰ ਬਣਾ ਦਿੱਤੀਆਂ ਅਤੇ 10 ਫੁੱਟ ਮੁਰੱਬਾ ਛੱਪਰੀਆਂ ਕੁਛ ਕੋ ਇਕਾਂਤ ਸਥਾਨ ਵਿੱਚ ਭਜਨ ਸਿਮਰਨ ਕਰਨ ਵਾਲੇ ਮੋਨੀਆਂ ਵਾਸਤੇ ਬਣਾਈਆਂ, ਜਿਨ੍ਹਾਂ ਵਿੱਚੋਂ ਭੋਰਾ ਬਣਨ ਤੋਂ ਪਹਿਲਾਂ ਦੇ ਸਮੇਂ ਇੱਕ ਵਿੱਚ ਸ੍ਰੀ ਹਜ਼ੂਰ ਵੱਡੇ ਮਹਾਰਾਜ ਜੀ ਨੇ ਆਪਣੀ ਰਿਹਾਇਸ਼ ਰੱਖੀ। ਬਾਕੀ ਦੀਆਂ ਇਕੱਲੇ ਸਿੰਘਾਂ ਨੂੰ ਨਾਮ ਸਿਮਰਨ ਭਜਨ ਬੰਦਗੀ ਵਾਸਤੇ ਦੇ ਦਿੱਤੀਆਂ ਗਈਆਂ। ਛੋਟੇ ਸੰਤ ਮਹਾਰਾਜ ਜੀ ਦੀ ਰਿਹਾਇਸ਼। ਇਸੇ ਤਰ੍ਹਾਂ ਨਹਿਰ ਵਾਲੇ ਪਾਸੇ ਛੋਟੇ ਸੰਤ ਜੀ ਮਹਾਰਾਜ ਦੀ ਰਿਹਾਇਸ਼ ਵਾਸਤੇ ਪਹਿਲਾਂ 10 ਫੁੱਟ ਚੌੜੇ ਤੇ 14 ਫੁੱਟ ਲੰਮੇ 2 ਕਮਰੇ ਬਣਾਏ ਗਏ, ਜਿਨ੍ਹਾਂ ਵਿੱਚੋਂ ਇੱਕ ਵਿੱਚ ਸੰਤ ਮਹਾਰਾਜ ਜੀ ਨੇ ਆਪਣੀ ਰਿਹਾਇਸ਼ ਰੱਖੀ। ਇੱਕ ਵਸਤਰਾਂ ਦੇ ਸਟੋਰ ਲਈ ਬਣਾਇਆ ਗਿਆ। ਨਾਲ ਹੀ ਇੱਕ ਤੀਜਾ ਹੋਰ ਕਮਰਾ 10 ਫੁੱਟ ਮੁਰੱਬਾ ਬਣਾਇਆ, ਜਿਨ੍ਹਾਂ ਨੇ ਉੱਪਰ 10-10 ਫੁੱਟ ਮੁਰੱਬੇ ਦੇ 2 ਚੁਬਾਰੇ ਪਾਏ ਗਏ। ਉਸੇ ਪਾਸੇ ਨਾਲ ਹੀ ਸਿੰਘਾਂ ਦੀ ਰਿਹਾਇਸ਼ ਵਾਸਤੇ 10 ਫੁੱਟ ਮੁਰੱਬਾ 10 ਕਮਰਿਆਂ ਦੀ ਲਾਈਨ ਪਾਈ ਗਈ। ਇਹਨਾਂ ਦੀਆਂ ਗਰਮੀ ਦੀ ਰੁੱਤ ਵਿੱਚ ਠੰਡੀਆਂ ਰਹਿਣ ਵਾਸਤੇ ਅੰਦਰੋਂ ਕੰਧਾਂ ਕੱਚੀਆਂ ਤੇ ਬਾਹਰੋਂ ਪੱਕੀਆਂ ਸਨ। ਇਹਨਾਂ ਵਿੱਚੋਂ ਇੱਕ ਕਮਰੇ ਨੂੰ ਕਾਰਖਾਨਾ ਬਣਾ ਕੇ ਦਾਤੇ ਮਿਸਤਰੀ ਨੇ ਲੱਕੜੀ ਦਾ ਕੰਮ ਕਰਨ ਲਈ ਆਪਣੇ ਵਾਸਤੇ ਰੱਖ ਲਿਆ। ਇਹ ਗੁਰਮੁਖ ਪੱਕਾ ਹੀ ਇੱਥੇ ਰਹਿ ਕੇ ਸਥਾਨ ਦੀ ਨਿਰੋਲ ਸੇਵਾ ਕਰਦਾ ਹੁੰਦਾ ਸੀ। ਇੱਕ ਫੋਟੋਗ੍ਰਾਫਰ ਵਾਸਤੇ ਸੀ। ਜਿਉਂ-ਜਿਉਂ ਰਚਨਾ ਵੱਧਦੀ ਗਈ ਤਿਉਂ-ਤਿਉਂ ਸੰਗਤ ਵੀ ਵਧੇਰੇ ਆਵਾਜਾਈ ਹੋਣ ਲੱਗ ਪਈ।
ਪਹਿਲਾਂ ਤਾਂ ਯਾਤਰੂ ਮੁਸਾਫਰ ਕੁਝ ਕੋ ਫਾਸਲਾ ਹੋਣ ਕਰਕੇ ਨਹਿਰ ਦੀ ਪਟੜੀ ਤੋਂ ਘੱਟ ਹੀ ਉਤਰਦੇ। ਹੁਣ ਤਾਂ ਐਨ ਕਿਨਾਰੇ ਉੱਪਰ ਡੇਰਾ ਆ ਗਿਆ, ਜਿਸ ਕਰਕੇ ਹਰ ਇੱਕ ਰਾਗੀ ਦਰਸ਼ਨਾਂ ਨੂੰ ਆਉਂਦਾ ਤੇ ਪ੍ਰਸ਼ਾਦਾ ਪਾਣੀ ਛਕ ਕੇ ਹੀ ਜਾਂਦਾ। ਇਸ ਕਰਕੇ ਲੰਗਰ ਦਾ ਖਰਚਾ ਵੀ ਵੱਧ ਗਿਆ। ਅਸਥਾਨ ਅੰਦਰ ਨਹਿਰ ਦੀ ਪਟੜੀ ਤੋਂ ਐਨ ਵਿਚਕਾਰ ਗੇਟ ਰੱਖ ਕੇ ਉਸ ਨੂੰ ਫਾਟਕ ਲਾ ਕੇ ਲੰਗਰ ਨੂੰ ਸਿੱਧੀਆਂ ਸੜਕਾਂ ਬਣਾ ਦਿੱਤੀਆਂ, ਜਿਸ ਦੇ ਦੁਆਲੇ ਦੋਹੀਂ ਪਾਸੇ ਅਈਰ ਲਾ ਦਿੱਤਾ। ਨਾਲ ਫੁੱਲਾਂ ਦੇ ਬੂਟੇ ਤੇ ਅੰਬਾਂ ਦੇ ਦਰਖਤ ਹੋਰ ਫਲਦਾਰ ਬ੍ਰਿਛ ਲਾਏ ਗਏ। ਫੁਲਵਾੜੀ ਦੀ ਮਹਿਕ ਤਾਂ ਬਦੋ-ਬਦੀ ਰਾਹ ਜਾਂਦੇ ਮੁਸਾਫਰਾਂ ਦੇ ਮਨਾਂ ਨੂੰ ਖਿੱਚ ਲੈਂਦੀ ਸੀ। ਸੱਚਮੁੱਚ ਇਹ ਸਥਾਨ ਧਰਤੀ ਤੇ ਇੱਕ ਸਵਰਗ ਦਾ ਨਮੂਨਾ ਬਣ ਗਿਆ। ਇੱਥੋਂ ਵਰਗੀ ਅਸਥਾਨ ਦੀ ਸਫਾਈ, ਵਾਧੂ ਬੇਹੰਗਮਾਂ ਦੀ ਰਹਿਤ ਬਹਿ ਤੇ ਵਸਤਰਾਂ ਦੀ ਸਵੱਛਤਾ, ਲੰਗਰ ਦੀ ਸੁਚਤਾ, ਕਥਾ ਕੀਰਤਨ ਦਾ ਪ੍ਰਵਾਹ, ਅੰਮ੍ਰਿਤ ਵੇਲੇ ਦਾ ਜਾਗਣਾ ਤੇ ਸਮੇਂ ਦੀ ਪਾਬੰਦੀ ਹੋਰ ਕਿਧਰੇ ਵੀ ਨਹੀਂ ਦੇਖਣ ਵਿੱਚ ਆਉਂਦੀ ਸੀ। ਦੂਰੋਂ ਦੂਰੋਂ ਦਰਸ਼ਨ ਕਰਨ ਆਏ ਪ੍ਰੇਮੀ ਇਸ ਦੀ ਸੀਨਰੀ ਵੱਲ ਤੱਕ ਕੇ ਹੈਰਾਨ ਹੁੰਦੇ ਸਨ। ਫਿਰ 1938 ਈਸਵੀ ਵਿੱਚ ਨਹਿਰ ਵੱਲ 10 ਫੁੱਟ ਮੁਰੱਬਾ 3 ਕਮਰੇ ਬਣਾਏ ਗਏ, ਜਿਨ੍ਹਾਂ ਵਿੱਚੋਂ ਇੱਕ ਦੇ ਉੱਪਰ ਚੁਬਾਰਾ ਪਾ ਦਿੱਤਾ। ਸੰਗਤਾਂ ਦੀ ਬਹੁਤੀ ਆਵਾਜਾਈ ਕਾਰਨ ਵੱਡੇ ਸੰਤ ਜੀ ਮਹਾਰਾਜ ਨੂੰ ਛੱਪਰੀ ਵਿੱਚ ਆਰਾਮ ਕਰਨ ਦਾ ਸਮਾਂ ਘੱਟ ਮਿਲਦਾ। ਦਰਸ਼ਨ ਮੇਲਾ ਕਰਨ ਵਾਲੇ ਸ਼ਰਧਾਲੂਆਂ ਦੀ ਹਰ ਸਮੇਂ ਭੀੜ ਬਣੀ ਰਹਿੰਦੀ ਸੀ, ਜਿਸ ਕਰਕੇ ਨਿਕਟਵਰਤੀ ਸੇਵਾਦਾਰਾਂ ਦੀ ਬੇਨਤੀ ਮੰਨ ਕੇ ਆਪ ਜੀ ਨੇ ਨਹਿਰ ਵੱਲ ਨਵੇਂ ਬਣੇ ਚੁਬਾਰੇ ਵਾਲੇ ਕਮਰੇ ਵਿੱਚ ਰਿਹਾਇਸ਼ ਰੱਖ ਲਈ। ਸਮੇਂ ਅਨੁਸਾਰ ਸੰਗਤ ਨੂੰ ਦਰਸ਼ਨ ਬਖਸ਼ਣ ਲੱਗੇ। ਸਾਰੇ ਅਸਥਾਨ ਦੇ ਚੌਫੇਰੇ ਪਹਿਲਾਂ ਪਹਿਲ ਪੱਕੀ ਵਾੜ ਕਰਕੇ 2 ਜਾਂ 3 ਫਾਟਕ ਰੱਖੇ ਗਏ, ਜਿਨ੍ਹਾਂ ਨੂੰ ਕੁੰਡੇ ਜਿੰਦੇ ਲੱਗਦੇ ਕਰ ਦਿੱਤੇ। ਸ਼ਾਮ ਨੂੰ ਸੇਵਾਦਾਰ ਡਿਊਟੀ ਦਿੰਦੇ। 2 ਵਜੇ ਸੰਗਤ ਨੂੰ ਜਗਾ ਕੇ ਆਪ ਆਰਾਮ ਕਰ ਲਿਆ ਕਰਦੇ। ਫਿਰ ਚੌਫੇਰੇ ਕੰਢਿਆਂ ਵਾਲੀ ਤਾਰ ਫੇਰੀ ਗਈ, ਉਪਰੰਤ ਪੱਕਾ ਕੋਟ ਚਿਣ ਦਿੱਤਾ ਗਿਆ। ਵੱਡੇ ਸੰਤ ਜੀ ਮਹਾਰਾਜ ਦਾ ਭੋਰਾ ਸਾਹਿਬ ਅਜੇ ਆਪ ਜੀ ਨੂੰ ਛੱਪਰੀ ਚੋਂ ਚੁਬਾਰੇ ਵਿੱਚ ਗਿਆ ਥੋੜਾ ਹੀ ਸਮਾਂ ਹੋਇਆ ਸੀ। ਇਤਨੇ ਨੂੰ ਦਿੱਲੀ ਤੋਂ ਸਰਦਾਰ ਮੋਹਨ ਸਿੰਘ ਕੋਕਾ ਕੋਲਾ ਵਾਲੇ ਦਰਸ਼ਨਾਂ ਨੂੰ ਆ ਗਏ। ਹਜ਼ੂਰ ਨੂੰ ਬਹੁਤੀ ਇਕਾਂਤ ਪਸੰਦ ਜਾਣ ਕੇ ਦਿੱਲੀ ਵਲਵਲੇ ਪ੍ਰਗਟ ਕੀਤੇ ਤੇ ਕਿਹਾ, ਗਰੀਬ ਨਿਵਾਜ, ਜੇਕਰ ਆਪ ਜੀ ਹੁਕਮ ਕਰੋ ਤਾਂ ਮੈਂ ਹਜ਼ੂਰ ਦੀ ਰਿਹਾਇਸ਼ ਵਾਸਤੇ ਭੋਰਾ ਸਾਹਿਬ ਦੀ ਸੇਵਾ ਕਰਾਂ। ਆਪ ਦੇ ਨਿਕਟਵਰਤੀ ਪ੍ਰੇਮੀਆਂ ਦੇ ਜ਼ੋਰ ਦੇਣ ਤੇ ਅਤੇ ਇਹਦੀ ਸ਼ਰਧਾ ਤੱਕ ਕੇ ਪ੍ਰਵਾਨਗੀ ਦੇ ਦਿੱਤੀ। ਇਸ ਨੇ ਉਸੇ ਸਮੇਂ ਆਪਣੇ ਵੱਲੋਂ ਚੰਗੇ ਇੰਜੀਨੀਅਰ ਤੋਂ ਨਕਸ਼ਾ ਬਣਵਾ ਕੇ ਹਜ਼ੂਰ ਤੋਂ ਪਾਸ ਕਰਵਾਇਆ ਤੇ ਉਸਾਰੀ ਸ਼ੁਰੂ ਕਰਵਾ ਦਿੱਤੀ। ਇਹ 12 ਫੁੱਟ ਮੁਰੱਬਾ 3 ਮੰਜ਼ਿਲਾ ਭੋਰਾ 1939 ਈਸਵੀ ਤੋਂ ਆਰੰਭ ਹੋ ਕੇ 1940 ਈਸਵੀ ਵਿੱਚ ਸੰਪੂਰਨ ਹੋ ਗਿਆ, ਜਿਸ ਦੇ ਚੌਫੇਰੇ 6-6 ਫੁੱਟ ਚੌੜਾ ਬਰਾਂਡਾ ਹੈ। ਵਿੱਚੇ ਨਲਕਾ, ਬਾਥਰੂਮ ਤੇ ਬਾਅਦ ਵਿੱਚ ਬਿਜਲੀ ਆਇਆ, ਫਲਸ਼ ਸਿਸਟਮ ਤੇ 에ਅਰ ਕੰਡੀਸ਼ਨ ਵੀ ਲੱਗ ਗਿਆ। ਇਹ ਕੰਮ ਖੱਟੜੇ ਵਾਲੇ ਪ੍ਰੇਮੀਆਂ ਨੇ ਆਪਣੇ ਹੱਥੀਂ ਕੀਤਾ। ਤਿਆਰ ਹੋਣ ਉਪਰੰਤ ਸੰਤ ਜੀ ਮਹਾਰਾਜ ਨੇ ਆਪਣੀ ਰਿਹਾਇਸ਼ ਭੋਰੇ ਵਿੱਚ ਰੱਖ ਲਈ। ਉਦਾਲੇ ਕੰਢਿਆਂ ਵਾਲੀ ਤਾਰ ਫੇਰ ਕੇ ਚੌਫੇਰੇ ਵਾੜ ਕਰਕੇ ਜਿੰਦਰੇ ਕੁੰਡੇ ਵਾਲੇ ਪੱਕੇ ਫਾਟਕ ਲਗਾ ਦਿੱਤੇ, ਤਾਂ ਕਿ ਸੇਵਾਦਾਰਾਂ ਦੀ ਆਗਿਆ ਲੈਣ ਤੋਂ ਬਿਨਾਂ ਹਰ ਕੋਈ ਅੰਦਰ ਨਾ ਆ ਜਾ ਸਕੇ। ਫਿਰ ਪੱਕਾ ਕੋਟ ਕਰ ਦਿੱਤਾ। ਵਿਚਕਾਰ ਟਹਿਲਣ ਵਾਸਤੇ ਪੱਕੀਆਂ ਸੜਕਾਂ, ਜਿਨ੍ਹਾਂ ਦੇ ਦੋ ਪਾਸੇ ਰੰਗਾ ਰੰਗ ਦੀ ਖੁਸ਼ਬੂ ਵਾਲੀ ਫੁਲਵਾੜੀ, ਵਾੜ ਦੇ ਨੇੜੇ ਰਾਤ ਰਾਣੀ, ਗੁਲਾਬ, ਕਿਉੜਾ ਤੇ ਹੋਰ ਭਾਂਤ ਦੇ ਖੁਸ਼ਬੂਦਾਰ ਫੁੱਲਾਂ ਨਾਲ ਜਿਸ ਨੂੰ ਸਜਾ ਦਿੱਤਾ ਗਿਆ। ਦੇਖਣ ਵਾਲੇ ਪ੍ਰੇਮੀ ਇਹ ਖਿਆਲ ਕਰਦੇ ਹਨ ਕਿ ਉੱਪਰਲੇ ਮੰਡਲਾਂ ਨੂੰ ਛੱਡ ਕੇ ਮਾਨੋ ਬੈਕੁੰਠ ਲੋਕ ਹੀ ਮਾਤ ਲੋਕ ਦੀ ਧਰਤੀ ਤੇ ਆ ਉਤਰਿਆ ਹੋਵੇ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਾਹਿ ਨਿਵਾਸਾ। ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ।
68 तीर्थ जह साध पग धरै, तह बैकुंठ जह नाम उचरै। कहो कबीर एह कहिए काहे, साध संगत बैकुंठ आहे। राम बुलावा भेजिया, दिया कबीर रोए। जो सुख साधु संग में है, सो बैकुंठ न होए। एक पलक सुख साध समागम, कोट बैकुंठ पाए। सर्ब बैकुंठ मुक्त मोख पाए, एक निमख हर के गुण गाए। इਉਂ वडभागी प्रेमियां ने चंगे पासे ला के अपनी माया सफली कीती। भाई गुरदास जी गुरु के सिखां पास आके सफली ते पवित्र होने वाली माया नू मनमुखां पास जाके पाप विहाजन ते डायन बन जाण वाली दसदे हन। जैसे कुल वधु अंग करत सिगार खेत खोत, तेई गन का रचत सकल सिंगार जी। कुल वधु सेजा समय रमत पतार एक, बेसवा अनेक से करत विचार जी। कुल वधु संगम सुजास निर्दोख मोख, बेशवा परसत अप जस है बेकार जी। तैसे गुर सिख को परम पवित्र माया, सोई दुखदायक होए दहत संसार जी। अर्थात विवेकी पुरुषां नूं माया अपना सुंदर मुकड़ा दिखाउंदी है, भाव कारां विहारां विच सुख दिंदी हुई अपना भला कराउंदी है। भाई नंद लाल जी दसदे हन, आर फारा दौलते खुसरू नमास्त। अर्थात नाम दी रंगड़ विच रंगे हुए अजिहे गुरसिख सत संतोख दया दी अवस्था विच रहिंदे होए संसार दी सेवा करदे हन। उन्हां दा खाना पीना हसना ते सुख मानने सब सफले हन, अते ओह ही माया गुरु परमेश्वर तो बेमुख आदमियां दी मत मार दिया करदी है। माया को दो दाव है, करे दोए युत मार। आवे तो बौराए नर, जाए करे खुआर। जाए करे खुआर, मरे नर झूर झूर के। आवे बड़े हंकार, तुरे नर घूर घूर के। बिन विचार दुकार सार, संतन फरमाया। मूर्ख को दुख देत, आवती जाती माया। प्रेमी वालों अंतां दे शरदा दे विच जो फुल राड़ा साहिब दी धरती वास्ते कहे गए हन, ये तां कहण कथन तो बाहर हन। सुसाध संगत ये जो कविता रूप दे विच हन, ये अंतां दी शरदा, अंतां दा प्यार, अंतां दा प्रेम, अंतां दा वैराग है, जिहदे विचों वो प्रेम डुल डुल के डलका मारदा है। प्रेमी की कहंदा है, रड़े विच बह के राड़ा साहिब कीता, सुती धरत दे भाग जगा दिते। साध संगत इतनी प्रेम दी कविता ध्यान एकाग्र करके सुनना जरा। राड़ा साहिब दी महिमा दे विच कवि राज की कहंदे हन, रड़े विच बह के राड़ा साहिब कीता, सुती धरत दे भाग जगा दिते। जिथे अक पला पे उगदे सन, उथे अंब अंगूर उगा दिते। रकड़ जंगलां नूं भाग लाउण खातर, सोमे बाणी दे दाता वगा दिते। भुल्ले भटकिਆਂ नूं रस्ते पाउण आया, लखां लोकां नूं जाग लगा दिते। जिथे दिने भी कोई ना लंघदा सी, उथे रात नूं बिजलियां जगदियां ने। अज उथे मुसाफरां भुखिਆਂ नूं लंगर छकण लई पंगतां सजदियां ने। जिथे बाणी दे राग अलापदे ने, वाजे टल्लियां ढोलकां वजदियां ने। सुन्ने कलरां नूं राड़ा साहिब कीता, नदियां दुध दियां रड़े च वगदियां ने। राड़ा साहिब आखां जामे स्वर्ग आखां,
ਰਾੜਾ ਸਾਹਿਬ ਆਖਾਂ ਜਾਂ ਮੈਂ ਸਵਰਗ ਆਖਾਂ, ਬਣਿਆ ਦੂਸਰਾ ਅੱਜ ਕਸ਼ਮੀਰ ਰਾੜਾ। ਮਾਣ ਮਿਲੇ ਨਿਮਾਣਿਆ ਅੱਜ ਜਾਨੂੰ, ਲੱਗੀ ਭੁੱਖਿਆਂ ਲਈ ਜਾਗੀਰ ਰਾੜਾ। ਪੁੱਤ ਮਿਲਣ ਨਪੁੱਤਿਆਂ ਬੰਦਿਆਂ ਨੂੰ, ਬਦ ਕਿਸਮਤਾਂ ਲਈ ਤਕਦੀਰ ਰਾੜਾ। ਥਾਂ ਮਿਲੇ ਨਿਥਾਵੇਂ ਨਿਓਟਿਆਂ ਨੂੰ, ਸੱਚਖੰਡ ਦੀ ਬਣੀ ਤਸਵੀਰ ਰਾੜਾ। ਸੰਤ ਭਗਤ ਜੋਗੀ ਮਹਾਪੁਰਸ਼ ਹੈ ਤੂੰ, ਵੱਡੇ ਪੀਰਾਂ ਦਾ ਪੀਰ ਫਕੀਰ ਹੈ ਤੂੰ। ਆਸਾ ਪੂਰਨ ਹਾਰਾ ਬਖਸ਼ਣ ਹਾਰ ਹੈ ਤੂੰ, ਮਾਨਸ ਰੋਗਾਂ ਦੀ ਬੜੀ ਅਕਸੀਰ ਹੈ ਤੂੰ। ਕਲਯੁਗ ਵਿੱਚ ਪਾਪੀਆਂ ਨੂੰ ਤਾਰਨ ਲਈ, ਜਿਉਂਦੀ ਜਾਗਦੀ ਵੱਡੀ ਤਸਵੀਰ ਹੈ ਤੂੰ। ਤੇਰੇ ਪਰਉਪਕਾਰ ਤੋਂ ਜਾਪਦਾ ਏ, ਨਾਨਕ ਗੁਰੂ ਦਾ ਸੱਚਾ ਵਜ਼ੀਰ ਹੈ ਤੂੰ। ਦਾਤਾ ਅੰਮ੍ਰਿਤ ਦੀ ਬਖਸ਼ ਕੇ ਦੂਰ ਕੀਤਾ, ਮਾਨਸ ਜਨਮ ਦੀਆਂ ਲੱਖਾਂ ਖਰਾਬੀਆਂ ਨੂੰ, ਜਿਹੜੇ ਮੌਤ ਨੂੰ ਜੱਫੀਆਂ ਪਾਉਣ ਲੱਗੇ, ਬਖਸ਼ੀ ਜ਼ਿੰਦਗੀ ਉਹਨਾਂ ਸ਼ਰਾਬੀਆਂ ਨੂੰ। ਕੋਈ ਕਹੇ ਮੇਰਾ ਕੋਈ ਕਹੇ ਤੇਰਾ, ਐ ਪਰ ਸਾਂਝਾ ਤੂੰ ਸਾਰੇ ਸੰਸਾਰ ਦਾ ਏ। ਚੱਪਾ ਚੱਪਾ ਪੰਜਾਬ ਦਾ ਤਾਰ ਦਿੱਤਾ, ਦਿੱਲੀ ਯੂਪੀ ਬਿਹਾਰ ਨੂੰ ਤਾਰਦਾ ਏ। ਤੇਰੇ ਭਰੇ ਭੰਡਾਰਾਂ ਚੋਂ ਭਰੀ ਜਾਂਦੇ, ਰੱਜ ਰੱਜ ਕੇ ਝੋਲੀਆਂ ਭਰਨ ਵਾਲੇ। ਤੇਰੀ ਬਾਣੀ ਦੇ ਭਰੇ ਸਮੁੰਦਰਾਂ ਚੋਂ ਪਾਪੀ ਤਰੀ ਜਾਂਦੇ, ਆ ਕੇ ਤਰਨ ਵਾਲੇ। ਨਾਨਕ ਨਾਮ ਜਹਾਜ਼ ਵਿੱਚ ਰੜੀ ਜਾਂਦੇ, ਤੇਰੀ ਸ਼ਰਨ ਆ ਕੇ ਭਗਤੀ ਕਰਨ ਵਾਲੇ। ਵਾਹਿਗੁਰੂ ਨਾਮ ਜਹਾਜ਼ ਤੇ ਚੱਲ ਜਾਣਾ, ਕਰਮਾਂ ਵਾਲੇ ਚੜ ਜਾਣਗੇ ਚੜਨ ਵਾਲੇ। ਸੰਤ ਅਤੇ ਪਰਮੇਸ਼ਰ ਵਿੱਚ ਭੇਦ ਕੋਈ ਨਾ, ਬਾਣੀ ਸੁਖਮਨੀ ਸਾਹਿਬ ਦੀ ਬੋਲਦੀ ਹੈ। ਮਹਿਮਾ ਸਾਧੂਆਂ ਦੀ ਜਿਹੜੇ ਜਾਣਦੇ ਨੇ, ਭਰਮ ਭਰਮੀਆਂ ਦੇ ਬਾਣੀ ਖੋਲਦੀ ਹੈ। ਕਰਮਾਂ ਵਾਲਿਓ ਲੁੱਟ ਲੋ ਲੁੱਟ ਪੈ ਗਈ, ਰਾਮ ਨਾਮ ਦੇ ਹੀਰਿਆਂ ਮੋਤੀਆਂ ਦੀ। ਕਦੀ ਕਦੀ ਸਬੱਬਾਂ ਨਾਲ ਝਲਕ ਪੈਂਦੀ, ਮੁੜ ਕੇ ਦੈਨ ਰੂਪੀ ਇਹਨਾਂ ਜੋਤੀਆਂ ਦੀ। ਰਾੜੇ ਸਾਹਿਬ ਅੰਦਰ ਜਿਹੜੀ ਜੋਤ ਜਗਦੀ, ਜੋਤ ਜਗੀ ਏ ਹੋਤੀ ਮਰਦਾਨ ਵਿੱਚੋਂ। 32 ਕਰਮ ਸਿੰਘ ਤੋਂ ਤੇਲ ਅਤਰ ਸਿੰਘ ਤੋਂ, ਸ਼ਕਤੀ ਮਿਲੀ ਹੈ ਤਪ ਗਿਆਨ ਵਿੱਚੋਂ। ਜੋਤ ਜੋਤ ਚੋਂ ਜੋਤ ਫਿਰ ਅਮਰ ਹੋ ਜਾਏ, ਨਿਗਾਹ ਮਿਹਰ ਦੀ ਦਾਤਾ ਜੀ ਕਰੀ ਜਾਓ। ਨਦੀਆਂ ਨੀਰ ਸੰਜੋਗਾਂ ਨਾਲ ਹੁਣ ਮੇਲੇ, ਰੱਜ ਰੱਜ ਕੇ ਝੋਲੀਆਂ ਭਰੀ ਜਾਓ। ਭਾਗਾਂ ਵਾਲੀਏ ਸੰਗ ਤੇ ਭਾਗ ਭਰੀਏ, ਭਾਗਾਂ ਵਾਲੀਏ ਸੰਗ ਤੇ ਭਾਗ ਭਰੀਏ। ਚਰਨ ਧੂੜ ਮਸਤਕ ਨਾਲ ਲਾਈ ਜਾ ਤੂੰ, ਲਾ ਕੇ ਬਿਜਲੀਆਂ ਬਲਬ ਦੀਵਾਨ ਅੰਦਰ। ਜੋੜੇ ਸਾਫ਼ ਕਰ ਸੇਵਾ ਕਮਾਈ ਜਾ ਤੂੰ। ਭਾਗਾਂ ਵਾਲਿਓ ਭਾਗਾਂ ਨਾਲ ਭਾਗ ਜਾਗੇ, ਭਾਗਾਂ ਵਾਲਿਓ ਭਾਗਾਂ ਨਾਲ ਭਾਗ ਜਾਗੇ। ਝੂਠੇ ਬੰਦਿਆਂ ਨੂੰ ਛੱਡ ਕੇ ਆਈ ਜਾਵੋ, ਸੱਚਖੰਡ ਦੇ ਖੁੱਲੇ ਰਜਿਸਟਰਾਂ ਵਿੱਚ ਭੱਜ ਭੱਜ ਕੇ ਹਾਜ਼ਰੀ ਲਾਈ ਜਾਵੋ। ਵਾਹਿਗੁਰੂ ਨਾਮ ਜਹਾਜ਼ ਨਸ ਚੱਲ ਜਾਣਾ, ਨਾਮ ਆਪਣਾ ਹੁਣ ਲਖਵਾ ਦੇਵੋ। ਸੱਚੇ ਪਾਤਸ਼ਾਹ ਬਣੋ ਮਿਲਾ ਬੈਠੋ, ਸੀਟਾਂ ਝੱਟ ਹੀ ਬੁੱਕ ਕਰਵਾ ਲੈਵੋ। ਨਾ ਮੈਂ ਕਵੀ ਨਾ ਕਵਿਤਾ ਦੀ ਜਾਚ ਮੈਨੂੰ, ਨਾ ਮੈਂ ਕਵੀ ਨਾ ਕਵਿਤਾ ਦੀ ਜਾਚ ਮੈਨੂੰ। ਫੁੱਲ ਸ਼ਰਧਾ ਦੇ ਭੇਟ ਚੜਾ ਦਿੱਤੇ, ਸੱਚੇ ਸੰਤਾਂ ਤੇ ਸੰਗਤ ਨੇ ਮੁਆਫ ਕਰਨਾ। ਟੁੱਟੇ ਫੁੱਟੇ ਵਿਚਾਰ ਸੁਣਾ ਦਿੱਤੇ, ਸੱਚੇ ਸੰਤਾਂ ਤੇ ਸੰਗਤ ਨੇ ਮੁਆਫ ਕਰਨਾ। ਟੁੱਟੇ ਫੁੱਟੇ ਵਿਚਾਰ ਸੁਣਾ ਦਿੱਤੇ। ਸੁੱਚਾ ਸਿੰਘ ਹਾਪੜ ਵਾਲੇ ਇਹ ਬੜੇ ਪ੍ਰੇਮ ਦੇ ਨਾਲ ਵਚਨ ਬੋਲਦੇ ਹਨ। ਰੋਜ਼ ਦਾ ਪ੍ਰੋਗਰਾਮ ਅਸਥਾਨ ਤੇ ਪੱਕੇ ਰਹਿਣ ਵਾਲੇ ਪ੍ਰੇਮੀ ਨੂੰ, ਚਾਹੇ ਉਹ ਦਿਨੇ ਕਿਸੇ ਦੀ ਡਿਊਟੀ ਕਿਵੇਂ ਸੀ, ਕਿਸੇ ਦੀ ਕਿਹੜੀ ਡਿਊਟੀ ਸੀ, ਕੋਈ ਵੀ ਡਿਊਟੀ ਕਰਦਾ ਹੁੰਦਾ, ਰਾਤ ਦੇ 2 ਵਜੇ ਲਾਜ਼ਮੀ ਜਗਾਇਆ ਜਾਣਾ। ਇਸ਼ਨਾਨ ਕਰਨ ਉਪਰੰਤ ਫਿਰ ਆਪਣੇ ਕਮਰਿਆਂ ਅੰਦਰ ਵੜ ਕੇ ਬੈਠਣ ਨਹੀਂ ਸੀ ਦਿੱਤਾ ਜਾਂਦਾ। ਹੁਨਾਲ ਸਿਆਲ ਝੱਖੜ ਬਾਰਿਸ਼ ਵਿੱਚ ਸਭਨਾਂ ਨੂੰ ਗੁਰਦੁਆਰੇ ਦੀ ਗਰਾਊਂਡ ਵਿੱਚ ਆਉਣਾ ਪੈਂਦਾ।
फिर समय की इतनी सख्त पाबंदी सी, एक खुल नहीं सी दिती जाती कि 2 बजे का जागया 5 बजे तक कमरे दे अंदर जाके वड़े। उसनों शरीरक क्रिया वास्ते केवल 45 मिनट मिलते सन। सही 2:45 बजे हर एक सज्जण की बकायदा हाजरी लगाई जाती सी। उस तो बाद आने वाले नूं गैर हाजिर समझिया जांदा। कोई खास सेवा जां शरीरक बीमारी वाले नूं पहला शामी हाजरी लाउण वाले सज्जण नूं इतलाह देनी पैंदी सी। हफ्ते जां 15 दिनी सारिਆਂ ਨੂੰ पास बुला के ਸਿੰਘਾਂ ਦੀ हाजरी वाला रजिस्टर संत जी महाराज आप देखिया करदे। कारण तो बगैर आलसी गैर हाजिर नूं बचना द्वारा ताड़ना कीती जांदी। रोज दे नियत कीते थां आपो अपने आसन विछा के 2:45 तो 5 बजे तक इक्को चौंकड़े गुरु स्वरूप दे ध्यान द्वारा शब्द सुरत दा मिलाप करके आपो अपनी अवस्था अनुसार मूल मंत्र या गुरु मंत्र दा जाप करना। अवस्था हजूर दे दसे तरीके मुताबक गुरबाणी दे पाठ जां उपरलियां मंजिलां दे जाणू सजण आउंदे जांदे स्वासां नाल वाहिगुरु शब्द दा सिमरन जां इस तो अगे सुरती नाल जाप। कई त्रिकुटी नूं भेद के इस तो अगे जाण वाले महापुरुष एक आत्मक आनंद विच समय नूं सफलिया करी जांदे। 5 बजे आसा जी दी वार दा अखंड कीर्तन आरंभ हो जांदा। फिर सारे सज्जन गुरु दरबार दियां हाजरियां भरदे। 8 ਜਾਂ 12 श्लोकां दे कीर्तन बाद गुर शब्द दी कथा उपरंत दीवान दी समाप्ति दी अरदास ते लंगर दी घंटी वजदी। लोड़ अनुसार चाह प्रसादे ते लस्सी छक के आपो अपनी सेवा संभाल गुरबाणी दा नितनेम पाठ दी संथा जां कोई होर शरीरक क्रिया करदे। दोपहर नूं लंगर दी घंटी समय पंगत विच प्रसाद छकना, बाद विच 2 घंटे आराम। शाम नूं फिर 3 बजे मौसम अनुसार श्रद्धाई जां चाह दी घंटी वजनी। जल पानी छक के फिर अपना नितनेम नहर दे कंढे शहर जां कोई होर सेवा ड्यूटी अथवा किसी ग्रंथ पोथी दी विचार। शाम नूं लंगर दी घंटी समय प्रसाद छक के फिर दीवान विच हाजरी भरनी। पहले रहरास साहब दा पाठ, फिर अखंड कीर्तन उपरंत गुर इतिहास दी कथा जो हमेशा तक ज्ञानी बलवीर सिंह जी छन्ना वाले ही करया करदे जां फिर कोई होर बाहरों आया विद्वान सज्जन कर लेंदा। जिमें कुछ को समा ज्ञानी हरभजन सिंह जी, फिर रणजीत सिंह नादी, ज्ञानी उजागर सिंह जी, ज्ञानी बलवंत सिंह जी, भाई शेर सिंह जी ते ज्ञानी करम सिंह जी सिद्धसर भीखी करते रहे। ते जदों दा ग्रंथ लिखिया होया है उस वेले कथा दी सेवा संत ज्ञानी मोहन सिंह जी आजाद करया करदे। कीर्तन सोहले दा पाठ समाप्ति अरदास अते फिर श्री गुरु ग्रंथ साहिब जी दा मुख वाक गर्मी सर्दी मौसम अनुसार 9 जां 10 बजे पूरी समाप्ति हो जाया करदी। फिर उसी जगह ग्राउंड विच 11 बजे तक गुर शब्द दा अभ्यास। ये रोज दा प्रोग्राम सी जो घड़ी दी सूई वांग बिना किसी संकल्प कीते तो अपने आप ही चल रहा सी। स्थान वासी सज्जणा नूं रात दे समय 3 घंटे अते दिन दे समय 2 घंटे आराम करन दी आग्या होया करदी। 8 पैरां विच 19 घंटे जागदे, केवल 5 घंटे आराम करया करदे सन। अज दे सेवक तां केवल सवेरे 5 बाणियां दा पाठ करन तो बाद सौण दा संकल्प ज्यादा अते मोबाइलां दा संकल्प ज्यादा, संसारी इंस्ट्रूमेंट्स दा ख्याल ज्यादा है। भजन सिमरन दा कोई ख्याल नहीं, ग्रंथ पोथियां पढ़न दा कोई ख्याल नहीं, कीर्तन दा अभ्यास करन दा कोई ख्याल नहीं, किसी शब्द दी व्याख्या दा कोई ख्याल नहीं, कोई गुरबाणी दे शब्दां नूं कंठ करना कोई ख्याल नहीं है। केवल तो केवल अज दे जमाने च अजकल दे बच्चें दी
ग्रंथ पोथियां केड़ियां ने पाई? टिकटॉक है, फेसबुक है, व्हाट्सएप है, इंस्टाग्राम है। बस इन्हां तो ही वेल नहीं मिलदी। इन्हां ने ग्रंथ पोथियां की पढ़ने? जे जागणगे तां खाई जाणगे जां सौ जाणगे। जदों सौ जाणगे फिर तुसी उठाओगे, कहणगे 5 मिनट होर, 7 मिनट होर, 10 मिनट होर। अज दे सिखां दा, पुरातन गुरसिखां दे नाल तुसी कंपैरिजन करके देखो, आपे तुहानू पता लग जाएगा। असी कहने किसी दा माड़ा नहीं करदे, असी तो बड़ा ही नाम जपदे हां। देखो संकल्प लैके असी किन्ना को नाम जपदे हां, किन्ना को भला करदे हां, किन्ना को परमेश्वर दी याद विच जुड़दे हां। ओ जो शब्द है कि गुर सतगुर का जो सिख अखाए, सो भल के उठ हर नाम ध्यावै। उदम करे भल के प्रभाती, स्नान करे अमृत सरनावै। फिर चढ़े दिवस गुरबाणी गावै, बहदे उठदे हर नाम ध्यावै। देखो संकल्प करके कि असी इन्हां दे विचों एक भी गुण कमा रहेगा, एक भी गुण है साडे विच भाई। ते ओ सिख जिहड़े वड्डे संत जी महाराज दे सेवादार सन, 19 घंटे भजन सिमरन विच जागदे, महापुरुषां दी संगत विच रहिंदे ते 5 घंटे आराम करया करदे 24 घंटियां दे विचों। आप दोवें संत जी महाराज भी दोवें समय तारका मंडल विच पूर्णमासी दे चंद्रमा समान ਸਿੰਘਾਂ ਦੇ ਵਿਚਕਾਰ ਸਜ ਕੇ ਦਰਸ਼ਨ ਬਖਸ਼ਿਆ ਕਰਦੇ। ਨਿਰੰਤਰ ਅਭਿਆਸ ਕਰਨ ਵਾਲੇ ਮੋਨੀ। ਪਹਿਲਾਂ ਆਪਾਂ ਵਿਚਾਰ ਕਰ ਆਏ ਹਾਂ ਕਿ ਇਸ ਸਥਾਨ ਤੇ ਰਹਿਣ ਵਾਲੇ ਜਗਿਆਸੂ ਦਾ ਸਭ ਤੋਂ ਵੱਡਾ ਮੁੱਖ ਕੰਮ ਤਾਂ ਭਜਨ ਹੀ ਹੁੰਦਾ। ਹੋਰ ਸੇਵਾ, ਡਿਊਟੀ ਜਾਂ ਸਰੀਰਕ ਸਫਾਈ ਦੂਸਰਾ ਕੰਮ ਹੁੰਦਾ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਇਸ ਮਨੁੱਖਾ ਜਨਮ ਨੂੰ ਧਾਰ ਕੇ ਜੀਵ ਦਾ ਸਭ ਤੋਂ ਵੱਡਾ ਤੇ ਮੁੱਖ ਕੰਮ ਇਹੋ ਹੀ ਹੈ ਕਿ ਜੋ ਪਰਮੇਸ਼ਰ ਦੀ ਬੰਦਗੀ ਕਰਨੀ। ਇਸ ਦੇਹੀ ਕੇ ਅਧਿਕ ਕਾਮ ਕਹਿ ਕਬੀਰ ਭਜ ਰਾਮ ਨਾਮ। ਗੁਰ ਅਥਵਾ ਗੁਰ ਸਥਾਨਾਂ, ਗੁਰੂ ਚਰਨਾਂ ਦੇ ਭੌਰੇ ਗੁਰ ਸਿੱਖਾਂ ਨੇ ਇਸ ਪੰਗਤੀ ਨੂੰ ਵਧੇਰੇ ਨਿਸ਼ਚੈ ਕੀਤਾ ਹੋਇਆ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਉਂ ਡਿਊਟੀਆਂ ਵਾਲੇ ਸੱਜਣਾ ਤੋਂ ਇਲਾਵਾ ਕੇਵਲ ਨਾਮ ਅਤੇ ਸਾਹਿਬ ਦੀ ਯਾਦ ਵਿੱਚ ਜੁੜਨ ਵਾਲੇ, ਨਿਰੰਤਰ ਸਿਮਰਨ ਕਰਨ ਵਾਲੇ ਵੀ ਬੇਅੰਤ ਪ੍ਰੇਮੀ ਸਨ। ਜਿਵੇਂ ਪਹਿਲੇ ਢੱਕੇ ਵਿੱਚ ਸਿੰਘਾਂ ਨੇ ਮੌਨ ਰੱਖ ਕੇ ਭਜਨ ਕੀਤਾ, ਇਸੇ ਤਰ੍ਹਾਂ ਇੱਥੇ ਵੀ ਭਜਨਾਨੰਦੀ ਸਾਧੂਆਂ ਨੇ ਹਜ਼ੂਰ ਦੇ ਪਾਸੋਂ ਅਰਜ ਕਰਕੇ ਮਨਜ਼ੂਰੀ ਲੈ ਲਈ। ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸਮਾਪਤੀ ਉਪਰੰਤ ਕੱਤਕ ਦੀ ਪੂਰਨਮਾਸ਼ੀ ਦਾ ਗੁਰਪੁਰਬ ਕਰਕੇ ਪਹਿਲਾਂ ਵਾਂਗ ਹੀ ਹੋਲੇ ਦੀ ਪੁੰਨਿਆ ਤੱਕ ਮੌਨ ਰੱਖ ਲਿਆ। ਜਿਨ੍ਹਾਂ ਨੇ ਮੌਨ ਧਾਰਨ ਕੀਤਾ ਉਹਨਾਂ ਦੇ ਨਾਮ ਨੇ ਵਰਿਆਮ ਸਿੰਘ ਮੰਨਵੀ, ਬਾਗਾ ਸਿੰਘ ਵੀਰ ਦਬਲਾਨ, ਬਚਨ ਸਿੰਘ ਜਗੇੜਾ, ਦਲੀਪ ਸਿੰਘ ਮੋਮਨਾਬਾਦ, ਸੇਵਾ ਸਿੰਘ ਕੁੱਬੇ, ਮਹਿੰਦਰ ਸਿੰਘ ਦਬੁਰਜੀ, ਕਪੂਰ ਸਿੰਘ ਦਬੁਰਜੀ, ਮਹਾ ਸਿੰਘ ਚਰਨਾਰਥਲ, ਮਲਕੀਤ ਸਿੰਘ ਧਾਂਦਰਾ, ਨਰਿੰਜਨ ਸਿੰਘ ਲਾਡੇਵਾਲ ਦੁਆਬਾ, ਮਹਿੰਦਰ ਸਿੰਘ ਰੁੜਕਾ ਪਟਵਾਰੀ, ਭਾਗ ਸਿੰਘ ਕਰਤਾਰਪੁਰ ਵਾਲੇ, ਗਿਆਨੀ ਬਲਵੀਰ ਸਿੰਘ ਭੁੱਟਾ, ਗੁਰਬਚਨ ਸਿੰਘ ਬਾਈ ਜੀ ਜਹਾਂਗੀਰ, ਸੰਤਾ ਸਿੰਘ ਮਾੜੂ ਖਟੜੇ ਵਾਲੇ, ਗੁੱਜਰ ਸਿੰਘ ਬਾਈ ਜੀ ਜੜਤੌਲੀ, ਮਕੰਦ ਸਿੰਘ ਘਲੋਟੀ, ਭਾਨ ਸਿੰਘ ਭਾਊ ਮਾਝਾ, ਲਿਵਤਾਰ ਸਿੰਘ ਜ਼ਿਲ੍ਹਾ ਗੁਰਦਾਸਪੁਰ। ਭਾਵੇਂ ਹੋਰ ਕਈ ਪ੍ਰੇਮੀ ਬਦਲ ਬਦਲ ਕੇ ਸ਼ਾਮਲ ਹੋ ਜਾਂਦੇ, ਪਰ ਪੱਕੇ ਇਹੀ ਸਨ। ਇਤਿਆਦਿਕ ਸਿੰਘਾਂ ਨੇ ਮੌਨ ਰੱਖ ਕੇ ਕਠਨ ਤਪੱਸਿਆ ਕੀਤੀ, ਜਿਨ੍ਹਾਂ ਦੀ ਖੁਸ਼ਬੂ ਚੰਦਨ ਦੀ ਮਹਿਕ ਵਾਂਗ ਸਾਰੇ ਫੈਲ ਗਈ। ਇਹ ਤਪੱਸਿਆ ਦਾ ਸਿਲਸਿਲਾ ਅਫਰੀਕਾ ਜਾਣ ਤੱਕ ਜਾਰੀ ਰਿਹਾ, ਜੋ ਕਿ ਹਰ ਇੱਕ ਸਾਲ ਕੱਤਕ ਦੀ ਪੂਰਨਮਾਸ਼ੀ ਤੋਂ ਫੱਗਣ ਦੇ ਹੋਲੇ ਤੱਕ ਕਰਦੇ। ਫਿਰ ਇਹਨਾਂ ਹੀ ਗੁਰਮੁਖਾਂ ਨੂੰ ਪਿੰਡਾਂ ਦੇ ਦੌਰੇ ਸਮੇਂ ਸੰਤ ਜੀ ਮਹਾਰਾਜ ਆਪਣੇ ਨਾਲ ਰੱਖਦੇ। ਸੇਵਾ ਨੂੰ ਮੇਵਾ, ਚਾਰ ਪਦਾਰਥ ਜੇ ਕੋ ਮੰਗੈ,
साध जना की सेवा लाग। ਦੇ ਮਹਾਂਵਾਕ ਅਨੁਸਾਰ ਖਰਟ ਦੀ ਸੇਵਾ ਕਰਨ ਵਾਲੇ ਮਿਸਤਰੀਆਂ ਨੂੰ ਦਰਸ਼ਨ ਕਰਕੇ ਕੁਝ ਐਸਾ ਆਨੰਦ ਆਇਆ ਕਿ ਫਿਰ ਤਾਂ ਇਹਨਾਂ ਨੇ ਰੋਜ਼ ਦੇ ਆਉਣ ਦਾ ਨਿਯਮ ਬਣਾ ਲਿਆ। ਪਿੰਡ ਦੀਆਂ ਮਾਈਆਂ ਨਾਲ ਇਹਨਾਂ ਦੇ ਘਰ ਵਾਲੀਆਂ ਬੀਬੀਆਂ ਵੀ ਆ ਕੇ ਸੇਵਾ ਕਰ ਜਾਇਆ ਕਰਦੀਆਂ। ਜਿਉਂ-ਜਿਉਂ ਸੇਵਾ ਵਿੱਚ ਮਨ ਰੰਗੇਜ਼ਦਾ ਗਿਆ ਤਿਉਂ-ਤਿਉਂ ਅੰਦਰ ਵਧੇਰੇ ਸ਼ਰਧਾ ਵੱਧਦੀ ਗਈ। ਜਿਉਂ-ਜਿਉਂ ਸ਼ਰਧਾ ਵੱਧਦੀ ਗਈ ਤਿਉਂ-ਤਿਉਂ ਪਾਪ ਕਟੀਂਦੇ ਗਏ ਅਤੇ ਮਨ ਉਜਲਾ ਹੁੰਦਾ ਗਿਆ। ਹਰੀ ਸਿੰਘ ਦੇ ਘਰੋਂ ਬਚਨ ਕੌਰ ਤੇ ਕਨ੍ਹਈਆ ਸਿੰਘ ਦੇ ਘਰੋਂ ਉੱਤਮ ਕੌਰ ਦੋਵੇਂ ਸਕੀਆਂ ਭੈਣਾਂ ਸਨ। ਇੱਕ ਦਿਨ ਉੱਤਮ ਕੌਰ ਨੇ ਬਚਨ ਕੌਰ ਬਾਬਤ ਹਜ਼ੂਰ ਦੇ ਚਰਨਾਂ ਵਿੱਚ ਅਰਜ਼ ਕੀਤੀ, ਗਰੀਬ ਨਿਵਾਜ ਆਪ ਕਿਰਪਾ ਕਰੋ, ਇਹਨਾਂ ਦੇ ਘਰ ਵਿੱਚ ਕੋਈ ਲੜਕਾ ਨਹੀਂ ਹੈ। ਦੂਸਰੇ ਭਰਾ ਦੇ ਬੱਚੇ ਖੇਡਦੇ ਦੇਖ ਕੇ ਕਈ ਵਾਰੀ ਮਨ ਵਿੱਚ ਖਿਆਲ ਤਾਂ ਆ ਹੀ ਜਾਂਦਾ ਹੈ, ਪਰ ਸੰਕੋਚ ਕਰਕੇ ਆਪ ਜੀ ਨੂੰ ਕਹਿ ਨਹੀਂ ਸਕਦੀ। ਇਸ ਦੇ ਵਿਹੜੇ ਨੂੰ ਵੀ ਰੰਗ ਭਾਗ ਲਾਓ। ਇਸ ਦੀ ਬੇਨਤੀ ਸੁਣ ਕੇ ਸੰਤ ਜੀ ਮਹਾਰਾਜ ਮੁਸਕਰਾ ਪਏ ਤੇ ਕਿਹਾ, ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਨੂੰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੋਇਆ ਕਰਦਾ, ਗੁਰੂ ਭਲੀ ਕਰੇਗਾ। ਇਹ ਹਜ਼ੂਰ ਦੇ ਬਚਨਾਂ ਦੁਆਰਾ ਸਰਦਾਰ ਹਰੀ ਸਿੰਘ ਦੇ ਘਰ 1938 ਈਸਵੀ ਨੂੰ ਬੱਚੇ ਦਾ ਜਨਮ ਹੋਇਆ। ਇਸ ਦਾ ਨਾਮ ਸੰਤ ਜੀ ਮਹਾਰਾਜ ਨੇ ਸਰਦਾਰ ਕਰਮ ਸਿੰਘ ਰੱਖਿਆ। ਫਿਰ ਦੂਸਰਾ ਲੜਕਾ ਸਰਦਾਰ ਧਰਮ ਸਿੰਘ ਹੋਇਆ। ਤੀਸਰੇ ਦਾ ਨਾਮ ਸਰਦਾਰ ਜੀਤ ਸਿੰਘ ਹੈ। ਇਸੇ ਤਰ੍ਹਾਂ ਸਰਦਾਰ ਕਨ੍ਹਈਆ ਸਿੰਘ ਦੇ ਵੀ 4 ਲੜਕੇ ਹਨ, ਸਰਦਾਰ ਦਲੀਪ ਸਿੰਘ, ਸੁੱਚਾ ਸਿੰਘ, ਮਲਕੀਤ ਸਿੰਘ, ਗੁਰਦੇਵ ਸਿੰਘ। ਇਹ ਗੁਣ ਅੱਗੇ ਪੁੱਤਰਾਂ ਪੋਤਰਿਆਂ ਤੇ ਦੋਤਰਿਆਂ ਵਾਲੇ ਹਨ ਅਤੇ ਦਾਤੇ ਨੇ ਮਾਇਆ ਦੇਣ ਵਾਸਤੇ ਵੀ ਸਾਰੇ ਬੂਹੇ ਖੋਲ ਦਿੱਤੇ ਹੋਏ ਹਨ। ਇਹਨਾਂ ਦੀ ਗਿਣਤੀ ਮਿਣਤੀ ਕੀਤੇ ਬਿਨਾ ਆਪੇ ਚੁੱਕੀ ਜਾਓ। ਹਾਪੜ ਸ਼ਹਿਰ ਮੇਰਠ ਰੋਡ ਤੇ ਇਹਨਾਂ ਦੀ ਸਰਦਾਰ ਇੰਡਸਟਰੀ ਕਾਰਖਾਨਾ ਹੈ, ਜਿਸ ਵਿੱਚ ਕੱਪੜੇ ਦੀ ਸਿਲਾਈ ਮਸ਼ੀਨ, ਸਹਾਰਾ ਮਸ਼ੀਨਾਂ ਬਣਦੀਆਂ ਹਨ ਅਤੇ ਇਸ ਮਸ਼ੀਨ ਦੀ ਮੰਗ ਵੀ ਇਤਨੀ ਹੈ ਕਿ ਰੋਜ਼ 700 ਮਜ਼ਦੂਰ ਕੰਮ ਕਰਦਾ ਹੈ, ਫਿਰ ਵੀ ਮਾਲ ਪੂਰਾ ਨਹੀਂ ਪੈਂਦਾ। ਕਈ ਸਾਲਾਂ ਤੋਂ ਸੰਤ ਜੀ ਮਹਾਰਾਜ ਦੇ ਜਥੇ ਸਮੇਤ ਚਰਨ ਪਾਉਣੇ, ਸਿੰਘਾਂ ਦੀ ਰਿਹਾਇਸ਼ ਵਾਸਤੇ ਕਮਰੇ ਗਰੀਬ ਨਿਵਾਜ ਲਈ ਭੋਰਾ ਸਾਹਿਬ ਬਣਾਇਆ ਹੈ। ਇਹਨਾਂ ਦੀ ਸ਼ਰਧਾ ਤੱਕ ਕਿ ਹਜ਼ੂਰ ਹਰ ਇੱਕ ਸਾਲ 2 ਮਹੀਨੇ ਸਤੰਬਰ ਤੇ ਅਕਤੂਬਰ ਇਹਨਾਂ ਨੂੰ ਬਖਸ਼ ਦਿੰਦੇ ਹਨ। ਇਹਨਾਂ ਦਾ ਵੱਡਾ ਕੰਮ ਹੋਣ ਦੇ ਬਾਵਜੂਦ ਵੀ ਸਾਰਿਆਂ ਦਾ ਪੂਰਨ ਇਤਫਾਕ ਇਕੱਠ ਬਣਿਆ ਹੋਇਆ ਹੈ। ਇਸੇ ਤਰ੍ਹਾਂ ਹਜ਼ੂਰ ਜੀ ਸੰਤ ਜੀ ਮਹਾਰਾਜ ਦੇ ਪਰਮ ਪ੍ਰੀਤਵਾਨ ਜਿਨ੍ਹਾਂ ਦੇ ਘਰੀ ਮਜ਼ਾਰੇ ਪਿੰਡ ਵਿੱਚ ਵੀ ਹਜ਼ੂਰ ਨੇ ਚਰਨ ਪਾਏ, ਦੀਵਾਨ ਕੀਤੇ, ਪਾਠ ਕਰੇ, ਉਹ ਵੀ ਤਿੰਨੇ ਭਰਾ ਮਿਸਤਰੀ ਹਾਪੜ ਹੀ ਰਹਿੰਦੇ ਹਨ। ਸਰਦਾਰ ਰੌਣਕ ਸਿੰਘ ਤੇ ਸਰਦਾਰ ਜੈ ਸਿੰਘ ਦਾ ਪਰਿਵਾਰ ਵੀ ਯੂਪੀ ਵਿੱਚ ਦੁਰਾਲੇ ਰਹਿੰਦਾ ਹੈ। ਜਿਨ੍ਹਾਂ ਦੇ ਪ੍ਰੇਮ ਵਸੀਕਾਰ ਹੋ ਕੇ ਮਹਾਪੁਰਸ਼ਾਂ ਨੇ ਕਈ ਵਾਰ ਜਥੇ ਸਮੇਤ ਚਰਨ ਪਾਏ, ਜਿਨ੍ਹਾਂ ਨੇ ਹੁਣ ਆਪਣੇ ਮਕਾਨ ਬਣਾ ਲਏ ਹਨ ਤੇ ਮੱਕੀ ਦੀਆਂ ਛੱਲੀਆਂ ਚੋਂ ਦਾਣੇ ਕੱਢਣ ਵਾਲੀਆਂ ਮਸ਼ੀਨਾਂ ਤਿਆਰ ਕਰਦੇ ਹਨ, ਜਿਨ੍ਹਾਂ ਦੀ ਬਹੁਤ ਸਾਰੀ ਮੰਗ ਹੈ। ਇਹ ਸਾਰੀ ਹਜ਼ੂਰ ਦੇ ਦਰਸ਼ਨਾਂ ਤੇ ਸੰਗਤ ਦੀ ਸੇਵਾ ਦੀ ਕਿਰਪਾ ਹੈ। ਸਿੱਖ ਦੀ ਸ਼ਰਧਾ ਨੂੰ ਫਲ ਲੱਗਦਾ ਹੈ, ਕਿਉਂਕਿ ਗਿਆਨ ਫਲ ਨੂੰ ਪੈਦਾ ਕਰਨ ਵਾਲੀ ਸ਼ਰਧਾ ਕੀ ਮੁੱਢ ਰੂਪ ਹੈ। ਸ਼ਰਧਾ ਸਭ ਕੀ ਮੂਲ ਮਹਾਨੀ, अंकुर प्रेम होत सुखदानी, तुचा सेव जिसको दृढ़ करता, कान बड़े बैराग प्रवर्ता। हर का नाम सुमन कै फूला, सत संगत में सोबत झूला। दैव संपदा गुण जो अनेका, गण कलत सो बलत विवेका। आत्म ज्ञान लगे फल सुंदर, अत आनंद रस जिसके अंदर। कोट कलपत्र हरे ना पटंतर, प्रभु कृपा ते लहै सो अंतर।
ਇਹ ਹੈ ਮਹਾਂਪੁਰਸ਼ਾਂ ਦੀ ਅਕਸੀਰ ਨਜ਼ਰ ਜੋ ਇੱਕ ਮਿੱਟੀ ਦੇ ਕਿਣਕੇ ਨੂੰ ਸੂਰਜ ਬਣਾ ਸਕਦੀ ਹੈ। ਗੁਰੂ ਘਰ ਵਿੱਚ ਆਇਆ ਸ਼ਰਧਾਵਾਨਾਂ ਦੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਜਿਵੇਂ ਅਨੰਦਪੁਰ ਸਾਹਿਬ ਦਸ਼ਮੇਸ਼ ਦਰਬਾਰ ਜੀ, ਦਸ਼ਮੇਸ਼ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ 52 ਕਵੀ, 7 ਸੰਸਕ੍ਰਿਤ ਦੇ ਪੰਡਿਤ ਤੇ 36 ਲਖਾਰੀ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਕਈ ਗਰੀਬੀ ਦੇ ਗਰਸੇ ਹੋਏ, ਭੁੱਖ ਦੇ ਦੁੱਖੋਂ ਤੰਗ ਆਏ ਹੋਏ, ਹਜ਼ੂਰੀ ਵਿੱਚ ਪੁੱਜ ਕੇ ਧਨਾੜ ਬਣ ਗਏ। ਗੁਰ ਇਤਿਹਾਸ ਚੋਂ ਨਮੂਨੇ ਮਾਤਰ ਅਸੀਂ ਇੱਕ ਬਚਨ ਤੁਹਾਨੂੰ ਦੱਸਦੇ ਹਾਂ। ਜਿਵੇਂ ਵਿਦਵਾਨਾਂ ਦੇ ਕਦਰਦਾਨ, ਯੋਧਿਆਂ ਦੇ ਸਰਦਾਰ, ਧਰਮ ਵਿਰੋਧੀਆਂ ਜ਼ਾਲਮਾਂ ਦੇ ਨਾਸ਼ ਕਰਤਾ, ਸਰਵੰਸਦਾਨੀ ਕਲੰਗੀਆਂ ਵਾਲੇ ਪਾਤਸ਼ਾਹ ਦਾ ਪਾਵਨ ਜਸ ਸੁਣ ਕੇ ਕਵੀ ਹੀਰ ਦਰਸ਼ਨ ਕਰਨਾ ਚਾਹੁੰਦਾ ਹੈ। ਇਹ ਚੰਗਾ ਵਿਦਵਾਨ, ਉੱਚੇ ਚਮਤਕਾਰੀ ਕਵੀ ਦਾ ਗਿਆਤਾ, ਬੜੀ ਸੁੰਦਰ ਕਵਿਤਾ ਲਿਖਦਾ ਸੀ, ਕਾਵਿ ਦਾ ਗਿਆਤਾ ਸੀ। ਪਰ ਗਰੀਬੀ ਨੇ ਇਸ ਦੇ ਘਰ ਵਿੱਚ ਡੇਰਾ ਜਮਾਇਆ ਹੋਇਆ ਹੈ। ਇਸ ਦੀ ਗਰੀਬੀ ਵੱਲ ਤੱਕ ਕਿਸੇ ਜਾਣੂ ਸੱਜਣ ਨੇ ਕਿਹਾ, ਕਵੀ ਜੀ ਕਿਉਂ ਨੰਗ ਭੁੱਖ ਨਾਲ ਘੁਲਦੇ ਹੋ ਪਏ। ਗੁਣੀਆਂ ਦੇ ਕਦਰਦਾਨ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਇਹ ਤਰ ਨੂੰ ਨਛੇੜ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਜਾਓ, ਜੋ ਤੁਹਾਡੀ ਕਦਰ ਪਾ ਕੇ ਦਲਿੱਦਰ ਕੱਟ ਦੇਣਗੇ ਤੇਰਾ। ਇਹ ਸੁਣ ਕੇ ਵਿਚਾਰਾ ਗਰੀਬੀ ਦਾ ਗਰਸਿਆ ਹੋਇਆ ਸਤਿਗੁਰਾਂ ਦੀ ਹਜ਼ੂਰੀ ਵਿੱਚ ਅਨੰਦਪੁਰ ਸਾਹਿਬ ਪੁੱਜਾ। ਦਰਬਾਰ ਤੋਂ ਬਾਹਰ ਖੜੇ ਹੋ ਕੇ ਆਪਣੇ ਹੱਥਾਂ ਪੈਰਾਂ ਨੂੰ ਹਿਲਾ ਆਪਣੇ ਅੱਖਾਂ ਨਾਲ ਕਰਕੇ ਐਸੀ ਚੇਸ਼ਟਾ ਕਰਨ ਲੱਗਾ ਜਿਵੇਂ ਕਿਸੇ ਨਾਲ ਕੋਈ ਲੜ ਰਿਹਾ ਹੋਵੇ, ਕੋਈ ਘੁਲ ਰਿਹਾ ਹੋਵੇ ਅਤੇ ਉਸ ਨੂੰ ਜਿੱਤਣ ਦਾ ਯਤਨ ਕਰਦਾ ਹੋਵੇ। ਸਾਰੀ ਸਭਾ ਦਾ ਧਿਆਨ ਕਵੀ ਵੱਲ ਖਿੱਚਿਆ ਗਿਆ। ਗੁਰੂ ਜੀ ਵੇਖ ਕੇ ਬੜੇ ਹੈਰਾਨ ਹੋਏ ਅਤੇ ਪੁੱਛਣ ਲੱਗੇ, ਕਵੀ ਜੀ ਇਹ ਕੀ ਕਰ ਰਹੇ ਹੋ, ਕੀ ਕਾਰਨ ਹੈ, ਕੀ ਕਰਨ ਵਿੱਚ ਲੱਗੇ ਹੋਏ ਹੋ। ਹੀਰ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਇੱਕ ਬੜਾ ਬਲਵਾਨ ਯੋਧਾ ਮੇਰੇ ਅੱਗੇ ਪ੍ਰਤਿਬੰਧਕ ਭਾਵ ਅੜਿੱਕਾ ਰੂਪ ਹੋਇਆ ਖੜਾ ਹੈ, ਜਿਸ ਨੇ ਮੈਨੂੰ ਚਿਰ ਤੋਂ ਹੀ ਆਪ ਜੀ ਦੇ ਦਰਸ਼ਨ ਕਰਨ ਵੱਲੋਂ ਰੋਕ ਰੱਖਿਆ ਸੀ। ਹੁਣ ਮੈਂ ਇਸ ਦੇ ਨਾਲ ਲੜ ਭਿੜ ਕੇ ਕਬਿੱਤ ਨੂੰ ਠੀਕ ਕਰ ਆਪ ਜੀ ਦੀ ਭੇਟਾ ਕਰਨਾ ਚਾਹੁੰਦਾ ਹਾਂ। ਗੁਰੂ ਜੀ ਬੋਲੇ, ਚੰਗਾ ਭਾਈ, ਉਹ ਤਾਂ ਕਬਿੱਤ ਜ਼ਰੂਰ ਸੁਣਾ ਸਾਨੂੰ। ਇਸ ਨੂੰ ਕੋਲ ਬੁਲਾ ਲਿਆ। ਦਰਬਾਰ ਵਿੱਚ ਹਾਜ਼ਰ ਹੋ ਕੇ ਉਸਨੇ ਇਸ ਪ੍ਰਕਾਰ ਅਰਜ਼ ਕੀਤੀ। ਕਿਤਨਾ ਸੁੰਦਰ ਉਹ ਸ਼ੇਅਰ ਬੋਲਿਆ, ਕਵਿਤਾ ਬੋਲੀ ਕਿ ਸਾਰੀ ਸੰਗਤ ਅੰਤਾਂ ਦੇ ਵੈਰਾਗ ਤੇ ਪ੍ਰੇਮ ਵਿੱਚ ਆ ਗਈ। ਕੀ ਕਹਿੰਦੇ ਹਨ, ਪਾਠ ਠੰਡ ਝਗਰਤ ਝੁਕਤ ਦਰੇਰੇ ਮੋਹੇ, ਬਾਤ ਨਾ ਕਰਨ ਪਾਉ ਮਹਾਬਲੀ ਵੀਰ ਸੋ, ਐਸੋ ਅਰ ਬਿਕਟ ਨਿਕਟ ਵਸੈ ਨਿਸ ਦਿਨ, ਨਿਪਟ ਨਿਸੰਕ ਸੱਠ ਘੇਰੈ ਫਿਰ ਭੀਰ ਸੋ, ਦਰਦ ਕਪੂਤ ਤੇਰਾ ਮਰਨ ਬਨਿਓ ਹੈ ਆਜ, ਕਰ ਹੈ ਸਲਾਮ ਵਿਦਾ ਹੋ ਜੇ ਕਵੀ ਹੀਰ ਸੋ। ਨਤੁਰ ਗੋਬਿੰਦ ਸਿੰਘ ਬਿਕਲ ਕਰੈ ਗੁਤੋਗੇ, ਟੂਕ ਟੂਕ ਹੋਏ ਹੈ ਗਾੜੇ ਦਾਨਨ ਕੇ ਤੀਰ ਸੋ। ਇਹਦਾ ਦੇਖੋ, ਉਹ ਸਨ 52 ਅਤਿਅੰਤ ਵੱਡੇ ਵਿਦਵਾਨ ਕਵੀ। ਜਦੋਂ ਅਸੀਂ ਇਹਦਾ ਅਰਥ ਸਮਝਾਂਗੇ ਸਾਡਾ ਮਨ ਵੀ ਗਦਗਦ ਹੋ ਜਾਏਗਾ। ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਇਹ ਦਲਿੱਦਰ ਗਰੀਬੀ ਸ਼ਤਰੂ ਮੇਰੇ ਪਾਸ ਖੜਾ ਹੁਣ ਵੀ ਮੇਰੇ ਨਾਲ ਝਗੜਾ ਕਰ ਰਿਹਾ ਹੈ ਤੇ ਝੁਕ ਕੇ ਮੈਨੂੰ ਦ੍ਰਿੜਾਂ ਦਿੰਦਾ ਹੋਇਆ ਦਲ ਰਿਹਾ ਹੈ, ਜਿਸ ਕਰਕੇ ਇਸ ਦਲਿੱਦਰ ਦਾ ਮਾਰਿਆ ਮੈਂ ਆਪ ਜੀ ਮਹਾਬਲੀ ਨਾਲ ਗੱਲ ਵੀ ਨਹੀਂ ਕਰ ਪਾਉਂਦਾ।
ये ऐसा करड़ा भयानक वैरी दिन रात मेरे पास प्रगट ही नसंग हो के वसदा है। फिर मैनू घेर घेर के डरा रहा है, पर मैं इस नाल चिरदा संगी होने करके इहदी भलाई हित इतलाह दिंदा हां कि कपुत्र दलिद्र अज तेरी मौत आ गई है, क्योंकि मैं अज कलगियां वाले पातशाह दे पास चलिया हां। वो ऐसा दान दा तीर मारनगे जिस करके तू टुकड़े टुकड़े हो जाएगा। इसलिए जे चंगी चाहना पहले इस्लाम करके कवि हीर पासों विदा हो जा। ये उच्च भाव पूर्त कविता सुन के गुरु जी समेत सारा कवि समाज ते श्रोता गण प्रसन्न हो गए। उस समय गुरु जी ने झट खजानची नूं सद्दिया, खजाने विचों 1 लाख रुपया कवि दी भेटा कीता। सचमुच दलिद्र दे टुकड़े टुकड़े कर दिते। अगे अगे वास्ते कवि मंडली विच इस नूं रख लिया, भारी रोजीना मुकर्रर कर दिता। बाबा सुमेर सिंह जी गुरविलास विच लिखदे हन, सुन साचे सतगुर अविनाशी, दीनो धन अनगन गुण राशि। कवि जन मद रोज कर दियो, दारद दुखन दमन सुख दियो। इहो सरबंसदानी कलगियां वाले पातशाह दे घरों दरों वरस आए हुए पूर्ण महापुरुष श्रीमान संत बाबा ईश्वर सिंह जी महाराज ने भी जो भी दर ते आया कदे किसी लोड़वंद सवाली नूं खाली नहीं मोड़िया। कोट अपराधी संत संग उधरै। 1936 37-38 ਦੇ ਕਰੀਬ ਗਰਮੀ ਦੀ ਰੁੱਤ ਵਿੱਚ ਬਲਾਸਪੁਰ ਪਿੰਡ ਦੇ 3 ਸੱਜਣ ਰਾਤ ਦੇ 12 ਵਜੇ ਕਰਮਸਰ ਦੀ ਪਾਵਨ ਧਰਤੀ ਵੱਲ ਆਏ। ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ। ਇਸ ਕਿੱਕਰ ਦੇ ਚੜੇਲ ਦੇ ਪ੍ਰੇਰੇ ਹੋਏ ਗੇਟ ਅੱਗੇ ਆ ਕੇ ਆਵਾਜ਼ਾਂ ਮਾਰਨ ਲੱਗੇ, छेती बूहा खोलो, असी संतां दे दर्शन करने हैं। शराबी किक्कर दी चड़ेल दे प्रेरे हुए पैरे वाले सेवादार ने पूछया, भाई तुसी कौन हो, इस वेले की काम है? इन्हां दा ख्याल सी शायद कोई रोटी तो भुखा राही आया होना है, प्रसाद पानी छक के आराम करना होएगा। पर ओता मदरा दी मस्ती विच आई है। बाणी विच पंक्ति है, उस अरल वरल मुंहों निकले वाली गल कह लगे असी संतां दे दर्शन करने हैं। सेवादार ने बेनती की थी, हुण इस समय दर्शन नहीं हो सकते, सवेरे होणगे। उन्होंने सेवादारां ते भी रोब जिहा पाउण दी कोशिश की। जदों इन्हां प्रेमियां नूं नेड़े होया बू आई तां पता लगा कि तो शराबी ने। फिर उस समय इन्हां ने छोटे संत महाराज नूं जगाया, अर्ज की गरीब नवाज गेट ते कुछ शराबी खड़े अंदर आउण वास्ते जिद कर रहे हैं। संत जी महाराज ने कहा, उन्हां नूं आखो असीं शराबी नूं अंदर नहीं वड़न दिंदे, सवेरे नशा उतरन ते इशनान करके आ जान, फिर तुहानूं स्थान दे अते महापुरुषां दे दीदार करवावांगे। पर वो सेवादारां दी कोई गल ही ना सुनन। तुहानूं पता ही है कईयां दे घरां विच शराबी हुंदे ऐ, वो सुणदे नहीं हुंदे, वो सुणाउंदे हुंदे ऐ। उल्टा उन्होंने गालां कढन लग पे। नीच निचाए नह तजै, जे पावै सतसंग, तुलसी चंदन बिट बस बिखने तस्त भुजंग। मदम मलीन प्रसंग ते अदमे ही फल होत, स्वांत बोध ऐ मुख परे, बन विक होत उदोत। कुछ कह नीच न छेड़िए, भलो न वांका संग, पाथर डारे नीच में, उछल बिगाड़े अंग। जे तुसी
घर भी चिट्टा मारोगे तुहाडे उपर ही छिट्टे पैने हन। फिर छोटे संत जी महाराज आप उठे, बड़ा समझाया पर वो समझण वाले किथे। जदों एक सिंह ने उन्होंने भै देने वास्ते कहा कि महाराज ये लातों के भूत हैं, बातों से नहीं मानेंगे, आप आज्ञा करो असी इन्हों पकड़ के मुश्कां बन के अंदर डक दिए, सवेरे पुलिस दे हवाले करांगे। संत जी महाराज तां चुप कर गए, पर वो पुलिस दा नाम सुन के कंब गए। पता नहीं की गल हुई, एकदम पीती हुई दा नशा उतर गया। डरदे हुए अल पलल बोलदे दौड़ गए। सारी रात नहर दे कंढे ते घुमदे रहे। दूसरे दिन पिंड दी पंचायत नूं पता लगा, ओ 25-30 शरीर डेरे आ गए। दोहां संतां नूं नमस्कार कर हजूर दी आग्ञा लैके उन्हां दोषियां नूं भी नाल ही लैके आए। माफी मंगण वास्ते कहा, पर वो हंकार च आए, आकड़े रहे। साथों केड़ा कोई गुनाह होया है, असीं कादी माफी मंगीए। मनुखां दे 4 प्रकार दे सुभाव हुंदे ऐ। कदे विचार कीती तुसीं इन्हां गल्लां दे भाई? मनुख 4 प्रकार दे सुभाव वाला हुंदा है। एक दाखां वर्गा, एक बदाम वर्गा, एक बेर वर्गा, एक सुपारी वर्गा। ਜਿਹੜੇ ਦਾਖਾਂ ਵਰਗੇ ਹੁੰਦੇ ਨੇ ਉਹ ਅੰਦਰੋਂ ਬਾਹਰੋਂ ਨਰਮ ਚਿੱਤ ਹੁੰਦੇ ਨੇ, ਕੋਮਲ ਹਿਰਦਾ ਹੁੰਦਾ ਉਹਨਾਂ ਦਾ, ਹਰ ਇੱਕ ਦੇ ਨਾਲ ਮਿੱਠਾ ਬੋਲਦੇ ਐ, ਚੰਗੀ ਸਿੱਖਿਆ ਦਿੰਦੇ ਐ। ਇਹ ਗੁਣ ਪੂਰਨ ਗਿਆਨਵਾਨ ਸਾਧੂ ਵਿੱਚ ਹੀ ਹੁੰਦਾ, ਅੰਦਰੋਂ ਤੋਂ ਬਾਹਰੋਂ ਨਿਰਮਲਾ, ਨਿਮਰਤਾ ਵਾਲਾ, ਨਰਮ ਦਿਲ। ਦੂਜੇ ਜਿਹੜੇ ਹੁੰਦੇ ਨੇ ਬਦਾਮਾਂ ਵਰਗੇ, ਉਹ ਛਿੱਲ, ਉਹਨਾਂ ਦੀ ਛਿੱਲ ਬਦਾਮ ਵਾਂਗੂ ਸਖਤ ਪਰ ਅੰਦਰੋਂ ਨਰਮ, ਨਰਮਾਈ ਰੱਖਣ ਵਾਲੇ, ਰੁਖੜ ਵਿਰਤੀ ਵਾਲੇ, ਵਿਰਕਤ ਸਾਧੂਆਂ ਦਾ ਸੁਭਾਅ ਹੁੰਦਾ ਹੈ। ਉਤੋਂ ਕਈ ਵਾਰੀ ਕੌੜਾ ਬੋਲਣਾ, ਕਈ ਵਾਰ ਗਾਲ ਵੀ ਕੱਢਣੀ, ਪਰ ਅੰਦਰੋਂ ਹਿਰਦਾ ਨਰਮ ਹੋਣਾ, ਪ੍ਰੇਮਾ ਭਗਤੀ ਨਾਲ ਲਵਾ ਲਵ ਭਰਿਆ ਹੋਇਆ। ਤੀਜੇ ਹੁੰਦੇ ਹਨ ਬੇਰ ਵਰਗੇ, ਇਹ ਉੱਤੋਂ ਨਰਮ ਹੁੰਦੇ ਨੇ ਪਰ ਇਹਨਾਂ ਦੀ ਗਿਟਕ ਬੜੀ ਸਖਤ ਹੁੰਦੀ ਹੈ। ਇਉਂ ਜੋ ਉੱਪਰੋਂ ਤਾਂ ਮਿੱਠੇ ਬੋਲਦੇ ਨੇ, ਨਰਮਾਈ ਵਾਲੇ ਬੋਲਦੇ ਨੇ, ਤੇ ਅੰਦਰੋਂ ਦਿਲ ਦੇ ਖੋਟੇ, ਉੱਤੋਂ ਬਹੁਤਾ ਮਿੱਠਾ ਬੋਲਣ ਵਾਲੇ ਅੰਦਰੋਂ ਅਕਸਰ ਕੌੜੇ ਹੋਇਆ ਕਰਦੇ ਹਨ। ਚੌਥੇ ਹੁੰਦੇ ਹਨ ਸੁਪਾਰੀ ਵਰਗੇ। ਸੁਪਾਰੀ ਦਾ ਸੁਭਾਅ ਅੰਦਰੋਂ ਬਾਹਰੋਂ ਇੱਕੋ ਜਿਹਾ ਸਖਤ ਹੀ ਹੁੰਦਾ, ਕਠੋਰ ਹੀ ਹੁੰਦਾ ਹੈ। ਇਸੇ ਤਰ੍ਹਾਂ ਮਨੁੱਖਾਂ ਦੇ ਲੱਛਣ ਹਨ। ਖੜ ਸੁੱਕ ਬ੍ਰਿਛ ਵਾਂਗ ਟੁੱਟ ਤਾਂ ਜਾਂਦੇ ਆ, ਪਰ ਆਪਣੇ ਹੱਠ ਤੋਂ ਬਾਜ ਨਹੀਂ ਆਉਂਦੇ, ਹੱਠ ਤੋਂ ਨਹੀਂ ਮੁੜਦੇ ਹੁੰਦੇ, ਨਾ ਹੀ ਕਿਸੇ ਦਾ ਬਚਨ ਮੰਨਦੇ ਹੁੰਦੇ ਐ। ਇਹੋ ਗੱਲਾਂ ਇਹਨਾਂ ਦੀਆਂ ਸਨ। ਐ ਸੁਭਾਅ ਨਰਮ ਕੋ ਆਮ, बेर सुपारी दाख बदाम, दिलों बुरा ऊपर ते आछा, बेर समान वही नर काचा, बाहर भीतर ते एक जैसा, नर कठोर पूंगी सम हैसा, ऊपर कटन होए दिल नीको, सो बदाम सम लहियत ठीको, कोमल बाहर भीतर जोई, दाग दाख अंगूर लखो सम सोई। हजूर कहन लगे, साडे अंदर तां कोई ख्याल नहीं, इन्हां दे अंदर गर्मी खुशकी वधी हुई है। घर ले जाके दही मक्खन खवाओ, सिर ते भी मक्खन या तेल झसो, केसी स्नान करवाओ, कहो अगे वास्ते शराब ना पिया करन। ये नामुराद शराब दा नतीजा बुरा निकलदा है। ਅੱਗੇ ਇਹਨਾਂ ਦੀ ਮਰਜ਼ੀ ਭਾਈ, ਅਸੀਂ ਤਾਂ ਸਭ ਦੇ ਭਲੇ ਵਾਸਤੇ ਹੀ ਚੰਗਾ ਉਪਦੇਸ਼ ਦਿੰਦੇ ਹਾਂ। ਜੇਕਰ ਫੇਰ ਸ਼ਰਾਬ ਪੀਤੀ, ਇਹ ਆਪਣੀ ਗਲਤੀ ਦੇ ਆਪ ਜ਼ਿੰਮੇਵਾਰ ਹੋਣਗੇ। ਪਰਮੇਸ਼ਰ ਤਾਂ ਫਲਵਰ ਦਾਤਾ ਹੈ। ਪੰਚਾਇਤ ਉਹਨਾਂ ਨੂੰ ਨਾਲ ਲੈ ਕੇ ਵਾਪਸ ਚਲੀ ਗਈ। ਭਾਵੇਂ ਇਹਨਾਂ ਦੇ ਭਲੇ ਵਾਸਤੇ ਜੇ ਧਾਰਨ ਕਰਦੇ ਤਾਂ ਇਹੀ ਉਪਦੇਸ਼ ਕਾਫੀ ਸੀ, ਪਰ ਹਜ਼ੂਰ ਦਾ ਫਰਮਾਨ ਹੈ, ਨਾਨਕ ਵਿਚਾਰੈ ਸੰਤ ਜਨ ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ ਸੇ ਬਚਨ ਗੋਬੰਦੇ।
ਪ੍ਰਗਟ ਪਗਾਰਾ ਜਾਪਦਾ ਸਭ ਲੋਕ ਸੁਣਦੇ। ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ। ਓਏ ਲੋਚਣ ਉਹਨਾਂ ਗੁਣੈ ਨੂੰ ਓਏ ਅਹੰਕਾਰ ਸੜੰਦੇ। ਓਏ ਵਿਚਾਰੇ ਕਿਆ ਕਰਹਿ ਜਾ ਭਾਗ ਧੁਰ ਮੰਦੇ। ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ। ਵੈਰ ਕਰੈ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ ਸੇ ਫਿਰੈ ਪਬੰਦੇ। ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਗੁਰ ਪੀਰਾਂ ਦੀ ਸ਼ਰਨ ਬਗੈਰ ਧੁਰ ਦੇ ਮੰਦੇ ਲੇਖਾਂ ਨੂੰ ਕੌਣ ਮੇਟ ਸਕਦਾ ਹੈ। ਪਿੰਡ ਜਾ ਕੇ ਸ਼ਾਮ ਨੂੰ ਫੇਰ ਸ਼ਰਾਬ ਪੀ ਲਈ, ਜਿਸ ਦਾ ਨਤੀਜਾ ਉਹੀ ਨਿਕਲਿਆ ਜਿਸ ਦੀ ਆਸ ਸੀ। ਸ਼ਾਮ ਤੱਕ ਸ਼ਰਾਬ ਦੀ ਮਸਤੀ ਵਿੱਚ ਲੱਗੇ, ਇੱਕ ਦੂਜੇ ਨੂੰ ਬੁਰਾ ਭਲਾ ਆਖਣ, ਗਾਲਾਂ ਕੱਢਣ ਲੱਗੇ। ਅਖੀਰ ਰਾਤ ਦੇ 10 ਵਜੇ ਤੱਕ ਇੱਕ ਨੇ ਨਾਲ ਦੇ ਸਾਥੀ ਨੂੰ ਮਾਰ ਦਿੱਤਾ। ਜੋ ਮਦਰਾ 56 ਕਰੋੜ ਯਾਦਵਾਂ ਦਾ ਨਾਸ਼ ਕਰ ਸਕਦੀ ਹੈ, ਉਸ ਨੂੰ ਇੱਕ ਬੰਦਾ ਮਾਰਨਾ ਕੀ ਔਖਾ ਹੈ। ਇਹ ਇੱਕ ਪਿੰਡ ਦੇ 3 ਸੱਜਣ ਇਕੱਠੇ ਸਨ, ਇੱਕ ਮਾਰ ਦਿੱਤਾ, ਦੂਜਾ ਮਾਰਨ ਵਾਲਾ ਭੱਜ ਗਿਆ, ਤੀਜੇ ਨੂੰ ਪੁਲਿਸ ਨੇ ਤਫਤੀਸ਼ ਕਰਕੇ ਗਵਾਹਾਂ ਦੇ ਕਹੇ ਸੱਚਾ ਜਾਣ ਕੇ ਛੱਡ ਦਿੱਤਾ। ਉਹ ਤਾਂ ਪਹਿਲੇ ਸੰਤ ਮਹਾਰਾਜ ਦੇ ਪਾਸ ਜਾ ਕੇ ਨਿਮਰਤਾ ਨਾਲ ਹੀ ਬੋਲਦਾ ਰਿਹਾ ਸੀ। ਮਾਰਨ ਵਾਲਾ ਭਗੌੜਾ ਹੋ ਕੇ ਰਾਜਸਥਾਨ ਵੱਲ ਚਲਿਆ ਗਿਆ। ਉਸਦੇ ਬਰੰਟ ਜਾਰੀ ਹੋ ਗਏ। ਘਰ ਵਾਲਿਆਂ ਨੇ ਸਖਤੀ ਕੀਤੀ। ਜਦੋਂ ਘਰ ਵਾਲਿਆਂ ਤੇ ਸਖਤੀ ਕੀਤੀ ਕਿ ਉਹਨੂੰ ਹਾਜ਼ਰ ਕਰੋ, ਉਹ ਕਹਿਣ ਕਿ ਸਾਡਾ ਤਾਂ ਦੋਸ਼ ਹੀ ਕੋਈ ਨਹੀਂ ਹੈ। ਜੇ ਕਦੇ ਰਾਤ ਬਰਾਤੇ ਸਾਡੇ ਪਾਸ ਆਉਂਦਾ ਸੁਣੋ, ਫੇਰ ਤਾਂ ਸਾਨੂੰ ਗੁਨਾਹੀ ਮੰਨ ਕੇ ਸਜ਼ਾ ਦੇ ਸਕਦੇ ਹੋ। ਪਿੰਡ ਦੀ ਪੰਚਾਇਤ ਨੇ ਘਰਦਿਆਂ ਦੀ ਸਫਾਈ ਦਿੱਤੀ। ਘਰ ਵਾਲਿਆਂ ਉੱਪਰ ਸਖਤੀ ਹੋਣੀ ਹਟ ਗਈ, ਪਰ ਦੋਸ਼ੀ ਦੀ ਭਾਲ ਜਾਰੀ ਰਹੀ। ਅਖੀਰ ਇੱਕ ਰਾਤ ਆਪਣੇ ਪਿੰਡ ਆਇਆ। ਬਾਹਰ ਕਮਾਦਾਂ ਵਿੱਚ ਲੁਕ ਛਿਪ ਕੇ ਕਿਸੇ ਬੰਦੇ ਹੱਥ ਸੁਨੇਹਾ ਭੇਜ ਕੇ ਸੰਤ ਜੀ ਮਹਾਰਾਜ ਦੇ ਸ਼ਰਧਾਲੂ ਅਤੇ ਆਪਣੇ ਪਰਮ ਮਿੱਤਰ ਸਰਦਾਰ ਸੁਹੇਲ ਸਿੰਘ ਹੌਲਦਾਰ ਨੂੰ ਪਾਸ ਮੰਗਵਾਇਆ ਅਤੇ ਕਿਹਾ, ਮੈਂ ਬੜਾ ਦੁਖੀ ਹਾਂ, ਹੁਣ ਛੋਟੇ ਸੰਤ ਜੀ ਮਹਾਰਾਜ ਦੇ ਨਾਲ ਚੱਲ ਕੇ ਮੈਨੂੰ ਦਰਸ਼ਨ ਕਰਵਾ ਦਿਓ। ਸ਼ਾਇਦ ਮੇਰੀ ਮਾੜੀ ਤਕਦੀਰ ਦੇ ਲੇਖ ਮਿਟ ਜਾਣ। ਇਸ ਦੀ ਦਰਦ ਭਰੀ ਵੇਦਨਾ ਸੁਣ ਕੇ ਹੌਲਦਾਰ ਨੇ ਤਰਸ ਕੀਤਾ ਅਤੇ ਅੱਧੀ ਰਾਤ ਦੇ ਸਮੇਂ ਸਥਾਨ ਤੇ ਲੈ ਗਿਆ। ਇਸ ਨੂੰ ਕਿਤੇ ਬਾਹਰ ਦੂਰ ਖੜਾ ਕੇ ਆਪ ਅੱਗੇ ਗਿਆ। ਸੇਵਾਦਾਰ ਸੁਹੇਲ ਸਿੰਘ ਨੂੰ ਜਾਣਦੇ ਸਨ। ਉਹਨਾਂ ਨੇ ਇਸ ਸਮੇਂ ਆਉਣ ਦਾ ਕਾਰਨ ਪੁੱਛਿਆ। ਉਹਨੇ ਕਿਹਾ ਕਿ ਕੋਈ ਜ਼ਰੂਰੀ ਕੰਮ ਹੈ, ਸੰਤ ਜੀ ਮਹਾਰਾਜ ਨੂੰ ਮਿਲਣਾ ਹੈ। ਸੇਵਾਦਾਰ ਨੇ ਗੇਟ ਖੋਲ ਦਿੱਤਾ। ਨਾਲ ਜਾ ਕੇ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ। ਆਪ ਜੀ ਸਾਵਧਾਨ ਹੋਏ, ਲਾਲਟੈਨ ਜਗਾਈ। ਹੌਲਦਾਰ ਨੂੰ ਪਛਾਣ ਕੇ ਬੇਮੌਕੇ ਆਉਣ ਦਾ ਕਾਰਨ ਪੁੱਛਿਆ। ਉਹਨੇ ਮੱਥਾ ਟੇਕ ਕੇ ਅਰਜ਼ ਕੀਤੀ, ਗਰੀਬ ਨਿਵਾਜ ਆਗਿਆ ਕਰੋ, ਉਹ ਮਹਾਨ ਦੋਸ਼ੀ ਦਰਸ਼ਨ ਕਰਨੇ ਚਾਹੁੰਦਾ ਹੈ। ਛੋਟੇ ਸੰਤ ਜੀ ਮਹਾਰਾਜ ਨੇ ਦਿਆਲੂ ਸੁਭਾਅ ਅਨੁਸਾਰ ਪਾਸ ਸੱਦ ਲਿਆ। ਹੌਲਦਾਰ ਨੂੰ ਤਰਸ ਆਇਆ। ਉਸਨੇ ਸਿਫਾਰਿਸ਼ ਕੀਤੀ, ਮਹਾਰਾਜ ਇਹ ਬੜਾ ਵੱਡਾ ਦੋਸ਼ੀ ਹੈ, ਜੋ ਹੁਣ ਦੁਖੀ ਹੋਇਆ, ਸਰਕਾਰ ਤੋਂ ਡਰਦਾ, ਰਾਤ ਕਿਤੇ ਦਿਨ ਕਿਤੇ ਕੱਟਦਾ ਫਿਰਦਾ ਹੈ। ਆਪ ਇਸ ਤੇ ਕਿਰਪਾ ਕਰੋ। ਸੰਤ ਜੀ ਮਹਾਰਾਜ ਦਇਆ ਦੇ ਘਰ ਵਿੱਚ ਆਏ, ਕਹਿਣ ਲੱਗੇ, ਇਸ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ। ਇੱਕ ਨਿਰਦੋਸ਼ ਬੰਦੇ ਨੂੰ ਮਾਰ ਦਿੱਤਾ ਹੈ। ਉਸ ਨੂੰ 100 ਗਊ ਦੇ ਮਾਰਨ ਸਮਾਨ ਪਾਪ ਲੱਗਦਾ ਜੇ ਕੋਈ ਨਿਰਦੋਸ਼ ਨੂੰ ਮਾਰਦਾ ਹੈ। ਕਿਸੇ ਮੁਸਲਮਾਨ ਫਕੀਰ ਨੇ ਆਪਣੇ ਸ਼ਿਸ਼ ਨੂੰ ਉਪਦੇਸ਼ ਕੀਤਾ, ਐ ਜ਼ਾਲਮ, ਗਰੀਬ ਮਤ ਸਤਾ, ਗਰੀਬ रो देगा, सुनेगा उसका मालिक तुझे जड़ से खो देगा।
मैं बखार मुसाहिब स्व आतश अंदर काबा कुन साके न बुत खाना बास मर्दम अजारी मकुन। शराब दा पीना पाप है, कुरान दा साड़ना पाप है, मक्के नू अग लाउणी महा पाप है, हिंदुआं दे मंदिर तोड़ के घर बनाउणा महान बज्जर पाप है। पर मैं ये सब पाप मुआफ कर देवांगा जेकर परमेश्वर दे मंदिर रूप किसी दा हिरदा दुखी करेगा ता मैं कदे भी तेनू माफ नहीं कर सकांगा। उपरंत महाराज जी ने कहा कि हुण अजे उसे पासी रह के समा बतीत कर, अपने नितनेम तो इलावा उस मरण वाले प्रति दी कल्याण वास्ते रोज 25 जपजी सब दे पाठ करया कर, ओदे निमित्त अरदास करया कर, गुरु भली करेगा। इहो महापुरुषां ने इस दे गुनाहां नू मिटण दा उपदेश देता। फिर ए उसे समय मत्था टेक के चले गए। ਉਹ ਦੋਸ਼ੀ 7 ਸਾਲ ਫਿਰ ਉਸੇ ਪਾਸੇ ਬਾਹਰ ਫਿਰਦਾ ਰਿਹਾ। ਸੰਤ ਜੀ ਮਹਾਰਾਜ ਦੇ ਕਹੇ ਅਨੁਸਾਰ ਰੋਜ਼ ਹੀ 25 ਜਪਜੀ ਸਾਹਿਬ ਦੇ ਪਾਠ ਕਰਕੇ ਉਸ ਦੇ ਨਿਮਿਤ ਅਰਦਾਸ ਕਰ ਦਿੰਦਾ। ਇਉਂ ਜਦੋਂ ਇਸ ਨੂੰ ਭੱਜੇ ਨੂੰ 13 ਸਾਲ ਹੋ ਗਏ, ਸੰਤਾਂ ਦੇ ਪਾਸੋਂ ਛੁਟਕਾਰੇ ਦੀ ਜੁਗਤੀ ਪੁੱਛਿਆ 7 ਸਾਲ ਹੋ ਗਏ। ਇਧਰੋਂ ਇਸ ਦੇ ਇਤਨੇ ਅਰਸੇ ਵਿੱਚ ਹਜ਼ੂਰ ਦੀ ਬਖਸ਼ਿਸ਼ ਦਾ ਸਦਕਾ ਮਰਨ ਵਾਲੇ ਪ੍ਰੇਮੀਆਂ ਦੇ ਘਰਦਿਆਂ ਨਾਲ ਮਾਰਨ ਵਾਲਿਆਂ ਦੇ ਘਰਦਿਆਂ ਦੀ ਸੁਲ੍ਹਾ ਹੋ ਗਈ। ਰਾਜੀਨਾਮਾ ਹੋਣ ਕਰਕੇ ਮੁਕੱਦਮਾ ਵਾਪਸ ਲਿਆ ਗਿਆ। बुरिया नाल बुरियाई कर दे, मुआफ करन कई सियाने, बुरिया उपर नेकी करनी, ये गुरु नानक जाने। एक अंग्रेजी दा लखारी बड़े प्रेम दे नाल अपनी पुस्तक विच लिखदा है, फॉरगिवनेस इज नोबलेस्ट रिवेस, भाव किसी दे गुनाहां नूं मुआफ कर देना ही सब तो बड़ा बदलाव है। इत्थों तक 12 कांड संपूर्ण हो जाते हैं। 13वां कांड आपां ने प्रारंभ करना है। इस नवे ग्रंथ दे 173 नंबर अंग तक विचार संपूर्ण हुई है। 174वां अंग आपां ने प्रारंभ करना है। बोलने विचार दियां गलतियां माफ करनियां। सारी संगत इस चैनल संत आश्रम मलेशिया टीवी यूट्यूब ते संत आश्रम चैनल फेसबुक ते इन्हां नूं सबसक्राइब करो, लाइक करो, ऐड फ्रेंड करो अते वध तो वध शेयर करो। जिवें तुसीं असीं सारे लाहर लै रहे हां, इवें होर भी अपणियां सिख संगतां इस उपदेश तो लाहा लै सकण। रहिंदियां विचारां कल दे दीवान विच होईयां गलतियां मुआफ देवो असीस, बुलाओ फतेह सब आखो। वाहिगुरू जी का खालसा, वाहिगुरू।